ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰਉ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰਿ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਾਮ ਓੰਕਾਰ ਜੋਰੀ, ਨਾਮ ਓੰਕਾਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਸਾਹਿਬ ਜੀ ਦੋਹਰਾ, ਜਥਾ ਸਖਤ ਜੋ ਭੇਟ ਥੀ, ਆਗੇ ਧਰੀ ਬਨਾਈ। ਪੁਨ ਬਾਲਾ ਬੋਲਤ ਭਇਓ, ਬਿਨੈ ਬਚਨ ਮਹਿ ਪਾਏ। ਜਥਾ ਸਖਤ ਜੋ ਭੇਟ ਥੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਜੋ ਹੈ, ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਗੁਰਮਤਿ ਪ੍ਰਕਾਸ਼ ਮੰਟੀਕਾ ਵਿਖੇ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸਾਡੇ ਵਿਦਿਆ ਦਾਤੇ ਜੋ ਸਨ, ਤਿਨਾਂ ਦੀ ਜੋ ਬਰਸ਼ੀ ਮਨਾਈ ਗਈ, ਉਸ ਸਮੇਂ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਇਹ ਪਾਵਨ ਗੁਰਪ੍ਰਤਾਪ ਸੂਰਜ ਗ੍ਰੰਥ ਜੋ ਹੈ, ਉਸ ਦਾ ਪਹਿਲਾ ਭਾਗ ਸ੍ਰੀ ਗੁਰੂ ਨਾਨਕ ਪ੍ਰਕਾਸ਼ ਜੋ ਹੈ, ਉਸ ਨੂੰ ਆਰੰਭ ਕੀਤਾ ਗਿਆ ਹੈ। ਗੁਰੂ ਬਖਸ਼ਿਸ਼ ਨਾਲ ਕਵੀ ਸੰਤੋਖ ਸਿੰਘ ਜੀ ਨੇ ਬੜੀ ਭਾਵਨਾ ਤੇ ਵਿਦਵਤਾ ਦੇ ਨਾਲ ਪਹਿਲਾਂ ਇਸ ਗ੍ਰੰਥ ਦਾ ਧਿਆ ਜੋ ਹੈ, ਉਹ ਮੰਗਲਾ ਚਰਨਾਂ ਦੇ ਰੂਪ ਵਿੱਚ ਉਹਨਾਂ ਨੇ ਸੰਪੂਰਨ ਕੀਤਾ। ਅਤੇ ਫਿਰ ਦੂਸਰੇ ਧਿਆ ਵਿੱਚ ਪਹਿਲਾ ਮੰਗਲਾ ਚਰਨ ਕਰਕੇ ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਥਾ ਸ਼ੁਰੂ ਕੀਤੀ ਹੈ। ਇਸ ਦੀ ਆਰੰਭਤਾ ਇਸ ਤਰ੍ਹਾਂ ਦੇ ਨਾਲ ਕਵੀ ਜੀ ਕਰ ਰਹੇ ਨੇ
ਕਿ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਸ ਵੇਲੇ ਕਰਤਾਰਪੁਰ ਸਾਹਿਬ ਦੇ ਵਿੱਚ ਸੁਸ਼ੋਭਿਤ ਹੋ ਕਰਕੇ ਬਖਸ਼ਿਸ਼ਾਂ ਕੀਤੀਆਂ, ਸਿੱਖੀ ਦੀ ਪਰਖ ਕਰਕੇ ਪਰਖ ਦੇ ਵਿੱਚ ਪੂਰਨ ਉਤਾਰੇ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ। ਸਮੁੱਚੀ ਸੰਗਤ ਵਿੱਚੋਂ, ਸੇਵਾਦਾਰਾਂ ਦੇ ਵਿੱਚੋਂ ਗੁਰੂ ਸਾਹਿਬ ਨੇ ਨਿਰੋਲ ਚੋਣ ਕਰ ਲਈ, ਪਰਖ ਕਰਕੇ ਉਪਰੰਤ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਤੇ ਗੁਰਤਾ ਗੱਦੀ ਬਖਸ਼ ਕੇ ਨਾਲ ਹੁਕਮ ਕਰ ਦਿੱਤਾ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਤੁਸੀਂ ਹੁਣ ਖਡੂਰ ਸਾਹਿਬ ਚਲੇ ਜਾਓ। ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਖਡੂਰ ਸਾਹਿਬ ਆ ਗਏ ਨੇ। ਗੁਰੂ ਨਾਨਕ ਸਾਹਿਬ ਜੀ ਨੇ ਸੱਚਖੰਡ ਪਿਆਨਾ ਕੀਤਾ। ਖਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਇੱਕ ਦਿਨ ਬੈਠੇ, ਜਿਸ ਵੇਲੇ ਸਿਮਰਨ ਵਿੱਚ ਜੁੜ ਕੇ ਸਮਾਧੀ ਲੀਨ ਹੋਏ ਨੇ। ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਹੋਏ ਨੇ। ਗੁਰੂ ਚਰਨਾਂ ਦੇ ਧਿਆਨ ਵਿੱਚ ਮਗਨ ਹੋ ਕੇ ਸੰਕਲਪ ਫੁਰਿਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਸ ਤਰੀਕੇ ਨਾਲ ਔਰ ਕਦੋਂ ਇਸ ਧਰਤੀ ਤੇ ਅਵਤਾਰ ਧਾਰਨ ਕੀਤਾ। ਜਦ ਇਹ ਫੁਰਨਾ ਬਣਿਆ ਤੇ ਆਪ ਜੀ ਬੈਠੇ ਨੇ, ਮਗਨ ਹੋਈ। ਉਧਰ ਸ੍ਰੀ ਨਨਕਾਣਾ ਸਾਹਿਬ ਦੇ ਵਿੱਚ ਭਾਈ ਬਾਲਾ ਜੀ ਸੰਗਤ ਵਿੱਚ ਬੈਠੇ ਸਨ ਤੇ ਉਹਨਾਂ ਨੂੰ ਫੁਰਨਾ ਬਣਿਆ ਕਿ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੁਰਗੱਦੀ ਤੇ ਭਾਈ ਕੌਣ ਸੋਭਨੀਕ ਹੋਇਆ। ਸੰਗਤ ਵਿੱਚੋਂ ਕਿਸੇ ਪ੍ਰੇਮੀ ਨੇ ਕਿਹਾ ਕਿ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਸੋਭਨੀਕ ਹੋਏ, ਖਡੂਰ ਸਾਹਿਬ ਗੁਰੂ ਨੇ ਹੁਕਮ ਕਰਕੇ ਭੇਜ ਦਿੱਤੇ। ਜਿਸ ਵੇਲੇ ਇਹ ਗੱਲ ਕੰਨਾਂ ਵਿੱਚ ਸੁਣੀ ਹੈ, ਭਾਈ ਬਾਲਾ ਜੀ ਗੁਰੂ ਨਾਨਕ ਦੇ ਚਰਨਾਂ ਦੇ ਭੌਰੇ ਨੇ। ਝੱਟ ਉੱਠ ਕਰਕੇ ਤਿਆਰ ਹੋਏ, ਆਪਣੀ ਤਿਆਰੀ ਕਰਕੇ ਦਰਸ਼ਨਾਂ ਲਈ ਚੱਲੇ ਹਨ। ਖਡੂਰ ਸਾਹਿਬ ਪਹੁੰਚ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਨੇ। ਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਬਚਨ ਬਲਾਸ਼ ਸ਼ੁਰੂ ਕੀਤੇ ਹਨ। ਪੁੱਛਿਆ ਹੈ ਕਿ ਪੁਰਖਾ ਤੁਸੀਂ ਕਿੱਥੋਂ ਆਏ, ਤੁਹਾਡਾ ਨਾਮ ਕੀ ਹੈ। ਤਾਂ ਇਹਨਾਂ ਦੱਸਿਆ ਕਿ ਮੇਰਾ ਨਾਮ ਭਾਈ ਬਾਲਾ ਜੀ ਹੈ ਔਰ ਮੈਂ ਰਾਏ ਭੋਇੰ ਦੀ ਤਲਵੰਡੀ ਦਾ ਰਹਿਣ ਵਾਲਾ। ਪੁੱਛਿਆ ਹੈ ਕਿ ਤੁਹਾਡਾ ਗੁਰੂ ਕੌਣ ਹੈ। ਤਾਂ ਇਸ ਤਰ੍ਹਾਂ ਦੇ ਨਾਲ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਭਾਈ ਬਾਲਾ ਜੀ ਦੇ ਨਾਲ ਬਚਨ ਵਿਲਾਸ ਕਰਦੇ ਹਨ। ਆਓ ਪਿਆਰ ਪੂਰਵਕ ਇਸ ਲੜੀਵਾਰ ਕਥਾ ਦੇ ਵਿੱਚ ਧਿਆਨ ਜੋੜਦੇ ਹੋਏ ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਜਥਾ ਸਕਤ ਜੋ ਭੇਟ ਥੀ ਆਗੇ ਧਰੀ ਬਨਾਏ। ਤਾਂ ਭਾਈ ਬਾਲਾ ਜੀ ਨੇ ਜਿਵੇਂ ਸਮਰੱਥਾ ਸੀ, ਸਾਹਿਬ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਵਿੱਚ ਭੇਟਾ ਰੱਖ ਕਰਕੇ ਨਮਸਕਾਰ ਕੀਤੀ ਹੈ। ਪੁਨ ਬਾਲਾ ਬੋਲਤ ਭਇਓ ਬਿਨੈ ਬਚਨ ਮਹਿ ਪਾਏ। ਫਿਰ ਬੇਨਤੀ ਰੂਪ ਵਿੱਚ ਬਚਨ ਕਰਦੇ ਹਨ ਗੁਰੂ ਚਰਨਾਂ ਤੇ ਨਮਸਕਾਰ ਕਰਕੇ। ਤੋ ਇਸ ਤਰ੍ਹਾਂ ਦੇ ਨਾਲ ਬਚਨ ਬੋਲਦੇ ਗੁਰੂ ਸਾਹਿਬ ਨਾਲ। ਚੌਪਈ ਸ੍ਰੀ ਅੰਗਦ ਜੀ ਸੁਨਹੁ ਕਿਰਪਾਲਾ। ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਤੁਸੀਂ ਬੜੇ ਦਿਆਲੂ ਕਿਰਪਾਲੂ ਹੋ ਜੀ, ਸਰਵਣ ਕਰੋ। ਸੰਧੂ ਗੋਤ ਨਾਮ ਮੋਹਿ ਬਾਲਾ। ਮਹਾਰਾਜ ਮੇਰਾ ਨਾਮ ਹੈ ਬਾਲਾ ਅਤੇ ਮੇਰਾ ਸੰਧੂ ਗੋਤ ਹੈ ਜੀ। ਰਾਏ ਭੋਏ ਤਲਵੰਡੀ ਜੋ ਰਾਏ ਭੋਇੰ ਦੀ ਤਲਵੰਡੀ ਜੋ ਹੈ। ਵਤਨ ਜਨਮ ਹਮਰਾ ਹੈ ਸੋ। ਮੇਰਾ ਜਨਮ ਵਤਨ, ਜਨਮ ਦਾ ਅਸਥਾਨ ਜਿਹੜਾ ਹੈ ਇਹ ਰਾਏ ਭੋਇੰ ਦੀ ਤਲਵੰਡੀ ਹੈ। ਗੁਰ ਦਰਸ਼ਨ ਕੀ ਲਾਲਸ ਭੂਰੀ। ਸਾਹਿਬ ਗੁਰੂ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨਾਂ ਦੀ ਬਹੁਤ ਭਾਰੀ ਮਨ ਵਿੱਚ ਇੱਛਾ ਸੀ ਮੇਰੇ। ਜਾਂ ਤੇ ਹੋਂ ਚੱਲ ਆਏ ਹਦੂਰੀ। ਇਸ ਵਾਸਤੇ ਮੈਂ ਆਪ ਜੀ ਦੀ ਹਜ਼ੂਰੀ ਵਿੱਚ ਚੱਲ ਕੇ ਆਇਆ ਹਾਂ ਜੀ। ਅਜਰ ਜਰਨ ਉਰ ਧੀਰਜ ਧਾਰੀ। ਤੁਸੀਂ ਮਹਾਰਾਜ ਅਜਰ ਨੂੰ ਜਰਨ ਵਾਲੇ, ਮਹਾਨ ਧੀਰਜ ਨੂੰ ਧਾਰਨ ਵਾਲੇ ਸਤਿਗੁਰੂ ਹੋ ਜੀ। ਸੁਨੀ ਆਪ ਕੀ ਮਹਿਮਾ ਭਾਰੀ। ਮੈਂ ਆਪ ਜੀ ਦੀ ਐਸੀ
ਬੜੀ ਭਾਰੀ ਮਹਿਮਾ ਸਰਵਣ ਕੀਤੀ ਹੈ ਸਤਿਗੁਰੂ ਜੀਓ। ਕਹਿ ਸ੍ਰੀ ਅੰਗਦ ਤੁਮ ਗੁਰ ਕੋ ਹੈ। ਤਾਂ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਪੁੱਛਦੇ ਨੇ ਭਾਈ ਬਾਲਾ ਸੰਧੂ ਜੀ, ਭਈ ਤੁਹਾਡਾ ਗੁਰੂ ਕੌਣ ਹੈ ਦੱਸੋ। ਕਰਹੁ ਉਚਾਰਨ ਨਿਜ ਮਤ ਜੋ ਹੈ। ਜੋ ਤੁਹਾਡਾ ਮਤ ਧਰਮ ਹੈ, ਜੋ ਤੁਹਾਡਾ ਗੁਰੂ ਹੈ ਔਰ ਤੁਹਾਡਾ ਧਰਮ ਹੈ, ਉਹ ਸਾਡੇ ਕੋਲ ਪ੍ਰਗਟ ਕਰੋ। ਮਦਰ ਬਚਨ ਸੁਭ ਮਿਰਦਲ ਸੁਭਾਉ। ਕਿਉਂਕਿ ਤੁਹਾਡੇ ਨਾਲ ਬਚਨ ਕਰਕੇ ਪਤਾ ਚੱਲ ਗਿਆ ਹੈ ਕਿ ਤੁਹਾਡੇ ਬਚਨ ਬਹੁਤ ਮਿੱਠੇ ਹਨ ਅਤੇ ਤੁਸੀਂ ਬਹੁਤ ਨੇਕ ਸੁਭਾਅ ਵਾਲੇ, ਕੋਮਲ ਸੁਭਾਅ ਵਾਲੇ ਹੋ। ਵਿਸ਼ਯਨ ਬਾਉ ਸਪਰਸ ਨ ਕੋ ਕਾਉ। ਤੇ ਹਜੂਰ ਗੁਰੂ ਅੰਗਦ ਦੇਵ ਸਾਹਿਬ ਜੀ ਬਚਨ ਕਰਦੇ ਨੇ ਭਾਈ ਬਾਲਾ ਜੀ ਤੋਂ ਅਸੀਂ ਸੋ ਦੇਖ ਲਿਆ ਹੈ ਕਿ ਤੁਹਾਡੇ ਜੀਵਨ ਵਿੱਚ ਵਿਸ਼ੇ ਵਿਕਾਰਾਂ ਦਾ ਕੋਈ ਅਸਰ ਨਹੀਂ, ਕਾਮ ਕ੍ਰੋਧ ਆਦਿਕ ਦਾ ਕੋਈ ਪ੍ਰਭਾਵ ਨਹੀਂ ਤੁਹਾਡੇ ਤੇ। ਬੜਾ ਤੁਹਾਡਾ ਕੋਮਲ ਸੁਭਾਅ ਹੈ, ਮਿੱਠੇ ਬਚਨ ਹਨ। ਹਾਥ ਬੰਦ ਬੋਲਿਓ ਬਚ ਬਾਲਾ। ਭਾਈ ਬਾਲਾ ਜੀ ਹੱਥ ਜੋੜ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸੋ ਇਸ ਪ੍ਰਕਾਰ ਬਚਨ ਕੀਤਾ ਹੈ ਜੀ। ਸਭ ਰਾਵਰ ਕੋ ਗਿਆਤ ਵਿਸਾਲਾ। ਇਹ ਮੇਰੇ ਸਤਿਗੁਰੂ ਸ਼ਹਿਨਸ਼ਾਹ ਪਿਤਾ ਆਪ ਜੀ ਨੂੰ ਸਾਰਾ ਕੁਝ ਹੀ ਗਿਆਨ ਪ੍ਰਗਟ ਹੈ, ਕੋਈ ਗੱਲ ਛੁਪੀ ਤਾਂ ਨਹੀਂ ਹੈ। ਤਦਪ ਜੋ ਤੁਮ ਪੁੱਛਨ ਅਨਸਾਰੀ। ਫਿਰ ਵੀ ਗਰੀਬ ਅੱਜ ਜਦੋਂ ਤੁਸੀਂ ਪੁੱਛਿਆ ਹੈ ਤੇ ਤੁਹਾਡੇ ਪੁੱਛਣ ਦੇ ਅਨੁਸਾਰ ਹੋ ਕੇ ਮੈਂ ਦੱਸਦਾ ਹਾਂ। ਸੁਨਹੁ ਆਪ ਮੈਂ ਕਹੂੰ ਸੁਧਾਰੀ। ਤੋ ਮਹਾਰਾਜ ਜੀ ਆਪ ਸਰਵਣ ਕਰੋ, ਮੈਂ ਸੁੰਦਰ ਢੰਗ ਨਾਲ ਤੁਹਾਨੂੰ ਬਿਆਨ ਕਰਦਾ ਹਾਂ, ਸੁਣੋ। ਸ੍ਰੀ ਨਾਨਕ ਜੀ ਮਮ ਗੁਰ ਪੂਰਨ। ਕਿਹਾ ਕਿ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਪੂਰਨ ਸਤਿਗੁਰੂ ਜੀ ਮੇਰੇ ਗੁਰਦੇਵ ਹਨ। ਕਲ ਕਲ ਮਲ ਰੁਜ ਪਦ ਰਜ ਚੂਰਨ। ਜਿਨ੍ਹਾਂ ਸਤਿਗੁਰੂ ਪੂਰਨ ਸਤਿਗੁਰਾਂ ਦੇ ਚਰਨਾਂ ਦੀ ਧੂੜ ਰਜ ਜਿਹੜੀ ਹੈ ਉਹ ਕਲਯੁਗ ਦੇ ਸਭ ਪਾਪਾਂ ਨੂੰ ਦੂਰ ਕਰਨ ਵਾਲੀ ਹੈ। ਦੰਭ ਮਤੰਗ ਹੈ ਕੋ ਸਰ ਕੇਸਰ। ਤੋ ਦੰਭ ਪਖੰਡ ਰੂਪ ਜਿਹੜੇ ਹਾਥੀ ਨੇ, ਦੁਨੀਆ 'ਚ ਪਖੰਡ ਕਰਨ ਵਾਲੇ ਹਾਥੀ ਦੀ ਨਿਆਈ, ਉਹਨਾਂ ਵਾਸਤੇ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰਾਂ ਦੇ ਚਰਨ ਕਿਹਰ ਦੀ ਨਿਆਈ, ਸ਼ੇਰ ਦੀ ਨਿਆਈ ਹਨ। ਭਾਉ ਭਗਤ ਕ੍ਰਿਖ ਜਗਤ ਸੋ ਜਲ ਧਰ। ਤੋ ਕਹਿੰਦੇ ਨੇ ਭਾਉ ਭਗਤ, ਪ੍ਰੇਮਾ ਭਗਤੀ ਜੋ ਜਗਤ ਵਿੱਚ ਹੈ। ਸੁਨ ਸ੍ਰੀ ਅੰਗਦ ਬਚਨ ਉਚਾਰਿਓ। ਸੁਣ ਕਰਕੇ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਬਚਨ ਕੀਤਾ। ਤੁਮ ਗੁਰ ਨਾਨਕ ਰੂਪ ਨਿਹਾਰਿਓ। ਹਜੂਰ ਪਾਤਸ਼ਾਹ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਬਚਨ, ਭਾਈ ਬਾਲਾ ਜੀ ਤੁਸੀਂ ਸਾਹਿਬ ਗੁਰੂ ਨਾਨਕ ਸਾਹਿਬ ਦੇ ਸਰੂਪ ਦਾ ਦੀਦਾਰ ਕੀਤਾ ਹੈ। ਸਵਾਲ ਕੀਤਾ ਜਦੋਂ, ਕਬ ਕੀ ਗੁਰ ਸਿੱਖੀ ਮਨ ਮਾਨੀ। ਔਰ ਤੁਸੀਂ ਕਦੋਂ ਤੋਂ ਲੈ ਕੇ ਸਾਹਿਬ ਗੁਰੂ ਨਾਨਕ ਦੀ ਗੁਰਸਿੱਖੀ ਮਨ ਵਿੱਚ ਮੰਨ ਕੇ ਧਾਰੀ ਹੈ। ਪਰਮ ਪ੍ਰੇਮ ਮਹਿ ਮਤ ਲਪਟਾਨੀ। ਕਿਉਂਕਿ ਅਸੀਂ ਦੇਖ ਰਹੇ ਹਾਂ ਸਾਹਿਬ ਗੁਰੂ ਨਾਨਕ ਸਾਹਿਬ ਦੇ ਮਹਾਨ ਪ੍ਰੇਮ ਵਿੱਚ ਤੁਹਾਡੀ ਮਤ ਭਿੱਜੀ ਹੋਈ ਹੈ। ਚਉਪਈ ਬਾਲਾ ਬੋਲਿਓ ਸੁਨਹੁ ਦਇਆਲਾ। ਭਾਈ ਬਾਲਾ ਜੀ ਸੋ ਬਚਨ ਕਰਦੇ ਹਨ, ਹੇ ਮੇਰੇ ਦਿਆਲੂ ਸਤਿਗੁਰੂ ਜੀ ਸਰਵਣ ਕਰੋ। ਤਿਨ ਕੇ ਸੰਗ ਰਹਿਓ ਚਿਰ ਕਾਲਾ। ਕਿ ਮੈਂ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬਹੁਤ ਲੰਬਾ ਸਮਾਂ ਰਿਹਾ ਹਾਂ ਜੀ। ਤੀਨ ਬਰਖ ਤਨ ਬੈਸ ਵਡੇਰੀ। ਮਹਾਰਾਜ ਮੇਰੀ ਉਮਰ ਜੋ ਹੈ 3 ਸਾਲ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਵੱਡੀ ਹੈ ਸਰੀਰ ਕਰਕੇ। ਬਾਲ ਤਰਨ ਬੈ ਬਿਤੀ ਬਤੇਰੀ। ਤੇ ਮੇਰੀ ਜਿਹੜੀ ਬਚਪਨ ਦੀ ਉਮਰ ਹੈ ਉਹ ਬਹੁਤ ਸਾਰੀ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਗੁਜ਼ਰੀ ਹੈ ਸਤਿਗੁਰੂ ਜੀ। ਦੋਹਰਾ ਦਹ ਦਿਸ ਦਰਸ ਦਿਖਾਇਓ। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਦਸੋਂ ਦਿਸ਼ਾ ਵਿੱਚ ਆਪਣੇ ਦਰਸ਼ਨ ਮਹਾਰਾਜ ਨੇ ਵਿਖਾਏ, ਦਰਸ਼ਨ ਕਰਾਏ ਸੰਗਤਾਂ ਨੂੰ। ਦਇਆ ਦ੍ਰਿਸ਼ ਕੋ ਦੇਖ। ਤੇ ਮਹਾਰਾਜ ਨੇ ਦਇਆ ਦ੍ਰਿਸ਼ਟੀ ਨਾਲ ਵੇਖ ਕਰਕੇ ਸੰਗਤਾਂ ਤੇ ਨਿਕਟ ਰਹਿਤ ਤਿਨ ਚਰਨ ਹਮ। ਤੇ ਅਸੀਂ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਰਹੇ ਹਾਂ ਜਦੋਂ ਗੁਰੂ ਸਾਹਿਬ ਨੇ ਦਸੋਂ ਦਿਸ਼ਾ ਵਿੱਚ ਰਟਨ ਕੀਤਾ ਹੈ। ਤਾਰਿਓ ਜਗਤ ਬਸੇਖ। ਵਿਸ਼ੇਸ਼ ਕਰਕੇ ਬਹੁਤ ਜਗਤ ਨੂੰ ਸਾਹਿਬ ਗੁਰੂ ਨਾਨਕ ਸਾਹਿਬ ਨੇ ਤਾਰਿਆ ਤਾਂ ਉਦੋਂ ਅਸੀਂ ਮਹਾਰਾਜ ਦੇ ਚਰਨਾਂ ਦੇ ਨਾਲ ਹੀ ਰਹੇ ਹਾਂ ਜੀ। ਦਇਆ ਐਨ ਸੁਨ ਬੈਨ ਏ। ਜਦੋਂ ਦਇਆ ਦੇ ਘਰ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਇਹ ਬਚਨ ਸਰਵਣ ਕੀਤੇ ਹਨ ਭਾਈ ਬਾਲਾ ਸਾਹਿਬ ਜੀ ਤੋਂ। ਦੈਨ ਭਗਤ ਨਿਜ ਦਾਸ। ਆਪਣੇ ਭਗਤਾਂ ਨੂੰ
ਸੋ ਭਗਤੀ ਦਾ ਦਾਨ ਦੇਣ ਵਾਸਤੇ ਉਠ ਕਰ ਭੁਜ ਭਰ ਘਰ ਮਿਲੇ। ਇੰਨੀ ਗੱਲ ਸੁਣਦਿਆਂ ਸਾਰੇ ਹੀ ਸੋ ਮਨ ਵਿੱਚ ਚਾਉ ਆਇਆ ਸਾਹਿਬ ਗੁਰੂ ਨਾਨਕ ਦੀ ਸਿੱਖੀ ਦਾ। ਆਪ ਆਪਣੇ ਸਿੰਘਾਸਨ ਤੋਂ ਉੱਠ ਕਰਕੇ ਭਾਈ ਬਾਲਾ ਜੀ ਨੂੰ ਗਲਵਕੜੀ ਚ ਲਿਆ ਹੈ। ਉਰ ਧਰ ਪਰਮ ਹੁਲਾਸ। ਭਾਰੀ ਉਤਸ਼ਾਹ ਮਨ ਵਿੱਚ ਧਾਰ ਕਰਕੇ ਵੀ ਜੇ ਅਗਰ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਤੁਸੀਂ ਸੇਵਕ ਬਚਪਨ ਦੇ ਹੋ ਤੇ ਸਾਡੇ ਤੇ ਵੱਡੇ ਗੁਰ ਭਾਈ ਹੋ, ਇਉਂ ਜਾਣ ਕਰਕੇ ਗਲਵਕੜੀ ਚ ਲੈ ਕਰਕੇ ਪ੍ਰੇਮ ਦਿੱਤਾ ਹੈ। ਚੌਪਈ ਬਹੁਰ ਬਲੋਚਨ ਮੁਚਾ ਬਿਰਾਗਾ। ਫਿਰ ਸੋ ਇੰਨਾ ਪ੍ਰੇਮ ਪ੍ਰਗਟ ਹੋਇਆ ਕਿ ਨੇਤਰਾਂ ਤੋਂ ਪ੍ਰੇਮ ਦਾ ਪ੍ਰਵਾਹ ਜਲ ਚਲਿਆ ਹੈ। ਕਰ ਉਰ ਚਰਨਨ ਬਰ ਅਨਰਾਗਾ। ਬੜਾ ਭਾਰੀ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਸ੍ਰੇਸ਼ਟ ਅਨੁਰਾਗ ਪ੍ਰੇਮ ਜਾਗਿਆ ਹੈ ਜੀ। ਧੀਰ ਨ ਧਰ ਹੈ ਅਦਕ ਧਰ ਆਂਸੂ। ਤੋ ਭਾਈ ਬਹੁਤ ਨੇਤਰਾਂ ਵਿੱਚ ਆਂਸੂ ਆ ਗਏ ਹਨ, ਧੀਰਜ ਟਿਕ ਨਹੀਂ ਰਿਹਾ। ਇਹ ਇੱਕ ਪ੍ਰੇਮ ਦੀ ਹੱਦ ਹੈ, ਇਹ ਪ੍ਰੇਮ ਦੀ ਅਵਸਥਾ ਹੈ। ਪਰਤ ਪ੍ਰੀਤ ਕੀ ਭਗਤ ਉਲਾਸੂ। ਤੋ ਬੜਾ ਭਾਰੀ ਸੋ ਪ੍ਰੇਮ ਦੀ ਇਹ ਉਲਾਸ ਜੋ ਉਤਸ਼ਾਹ ਹੈ, ਪ੍ਰੇਮ ਦੀ ਇਸ ਤਰ੍ਹਾਂ ਤਰੰਗ ਜਿਸ ਤਰ੍ਹਾਂ ਆਉਂਦੀ ਉਤਸ਼ਾਹ ਹੈ, ਇਉਂ ਉਤਸ਼ਾਹ ਜਾਗਿਆ ਹੈ ਮਨ ਵਿੱਚ ਪ੍ਰੇਮ ਦਾ। ਸਬਤਾ ਅਸਤ ਨਿਸਾ ਹੋਇ ਆਈ। ਇਤਨੇ ਨੂੰ ਸੋ ਸੂਰਜ ਜਿਹੜਾ ਸੀ ਉਹ ਅਸਤ ਹੋ ਗਿਆ ਹੈ, ਰਾਤ ਆ ਗਈ ਹੈ। ਬਾਲਾ ਰਹਿਤ ਭਇਓ ਤਿਹ ਥਾਈ। ਭਾਈ ਬਾਲਾ ਜੀ ਖਡੂਰ ਸਾਹਿਬ ਵਿੱਚ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਵਿੱਚ ਹੀ ਟਿਕ ਗਏ ਹਨ। ਸਿੱਖ ਸੰਗਤ ਜਹ ਮਿਲ ਸਮੁਦਾਇਆ। ਜਿੱਥੇ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਵਿੱਚ ਸਿੱਖ ਸੰਗਤਾਂ ਬਹੁਤ ਗਿਣਤੀ ਵਿੱਚ ਜੁੜਦੀਆਂ ਸਨ। ਤਾਹਾਂ ਬੈਸਿਓ ਸਭ ਹਿਨ ਮਨ ਭਾਇਆ। ਉੱਥੇ ਬੈਠੇ ਹਨ, ਸਭਨਾਂ ਨੂੰ ਮਨ ਭਾਉਂਦੇ ਹਨ, ਚੰਗੇ ਲੱਗਦੇ ਨੇ। ਨਿਸ ਮੈਂ ਭਨਤ ਰਹਿਓ ਤਿਨ ਸਾਥਾ। ਰਾਤ ਨੂੰ ਸਤਿਗੁਰੂ ਜੀ ਦੇ ਨਾਲ ਸੋ ਗੁਰੂ ਪਾਤਸ਼ਾਹੀ ਦਾ ਜਸ ਜਿਹੜਾ ਹੈ ਕਰਦੇ ਰਹੇ ਹਨ। ਸ੍ਰੀ ਨਾਨਕ ਕੀ ਸੁੰਦਰ ਗਾਥਾ। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਸੁੰਦਰ ਕਥਾ ਜੋ ਹੈ ਭਾਈ ਬਾਲਾ ਜੀ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਨੂੰ ਸੁਣਾਉਂਦੇ ਰਹੇ ਹਨ। ਅੰਗਦ ਮਗਨ ਲੱਗਿਓ ਮਨ ਧਿਆਨਾ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਜਿਵੇਂ ਜਿਵੇਂ ਸੁਣਦੇ ਨੇ ਗੁਰੂ ਨਾਨਕ ਸਾਹਿਬ ਦੀ ਕਥਾ, ਬਚਨ ਗੁਰੂ ਸਾਹਿਬ ਦੇ, ਤਿਵੇਂ ਤਿਵੇਂ ਮਗਨ ਹੋ ਕਰਕੇ ਧਿਆਨ ਗੁਰੂ ਚਰਨਾਂ ਦਾ ਧਾਰਦੇ ਹਨ। ਆਸਨ ਬੈਸਿਓ ਭਈ ਬਿਹਾਨਾ। ਤੋ ਆਪਣੇ ਆਸਣ ਤੇ ਬੈਠਿਆ ਇਸ ਤਰ੍ਹਾਂ ਸੋ ਰਾਤ ਗੁਜ਼ਰ ਗਈ ਹੈ। ਪੁਨ ਪੂਖਨ ਪ੍ਰਕਾਸ਼ਿਤ ਭਇਓ। ਫਿਰ ਜਦੋਂ ਅੰਮ੍ਰਿਤ ਵੇਲਾ, ਫਿਰ ਸੂਰਜ ਚੜ੍ਹਿਆ ਜਦੋਂ, ਛੁੱਟੀ ਸਮਾਧ ਸਨਾਨਨ ਕੀਓ। ਸਾਹਿਬ ਗੁਰੂ ਅੰਗਦ ਦੇਵ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਜਸ ਸੁਣ ਕਰਕੇ ਐਸੇ ਧਿਆਨ ਵਿੱਚ ਮਗਨ ਹੋਏ, ਸਾਰੀ ਰਾਤ ਸਮਾਧੀ ਲੱਗ ਗਈ ਹੈ। ਹੁਣ ਸਵੇਰ ਜਦੋਂ ਸੂਰਜ ਚੜ੍ਹਿਆ, ਸਮਾਧੀ ਖੁੱਲੀ ਹੈ, ਇਸ਼ਨਾਨ ਪਾਨ ਕੀਤਾ ਹੈ। ਵੈਸੇ ਬਹੁਰ ਬੁਲਾਇਓ ਬਾਲਾ। ਫਿਰ ਮਹਾਰਾਜ ਗੁਰਤਾ ਦੇ ਸਿੰਘਾਸਨ ਤੇ ਸ਼ੋਭਨੀਕ ਹੋਏ, ਸੰਗਤਾਂ ਜੁੜੀਆਂ, ਭਾਈ ਬਾਲਾ ਜੀ ਨੂੰ ਬੁਲਾ ਲਿਆ ਹੈ। ਬੰਦਨ ਕਰੀ ਆਨ ਤਤਕਾਲਾ। ਭਾਈ ਬਾਲਾ ਜੀ ਨੇ ਆਣ ਕੇ ਝੱਟ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੇ ਪਿਆਰ ਵਾਲੇ ਗੁਰਸਿੱਖਾਂ ਦੀ ਇਹ ਅਵਸਥਾ ਬਣ ਜਾਂਦੀ ਹੈ, ਤੱਕੀ ਹੈ। ਜਿਨ੍ਹਾਂ ਮਹਾਂਪੁਰਖਾਂ ਦੀ ਸੰਗਤ ਮਿਲੀ ਹੈ ਗੁਰੂ ਕਿਰਪਾ ਦੇ ਨਾਲ, ਸੱਚਖੰਡ ਵਾਸੀ ਸੰਤ ਬਾਬਾ ਹਰੀ ਸਿੰਘ ਜੀ ਮੁਕੇਰੀਆਂ ਵਾਲੇ ਮਹਾਂਪੁਰਸ਼, ਉਹਨਾਂ ਨੂੰ ਤੱਕਿਆ ਸੀ। ਸ਼ਾਮ ਨੂੰ ਸਾਰੀ ਪ੍ਰੇਮੀ ਸੇਵਕਾਂ ਨੂੰ ਬਿਠਾ ਕਰਕੇ ਗੁਰੂ ਦੇ ਬਚਨ ਸੁਣਾਉਣੇ। ਜਿਸ ਵੇਲੇ ਪਹਿਰ ਕਰਾਤ ਚਲੀ ਜਾਣੀ, ਕਹਿਣਾ ਭਈ ਜਾਓ ਪ੍ਰੇਮੀਓ, ਜਿਹਨਾਂ ਭਜਨ ਕਰਨਾ ਭਜਨ ਕਰੋ, ਜਿਹਨਾਂ ਸੌਣਾ ਜਾ ਕੇ ਸੌ ਜਾਓ। ਤੇ ਕਈ ਵਾਰ ਤੱਕਿਆ, ਮਹਾਂਪੁਰਖਾਂ ਨੇ ਬਚਨ ਬਿਲਾਸ ਕਰਨੇ ਤੇ ਸਾਰੇ ਪ੍ਰੇਮੀਆਂ ਨੇ ਥਾਂ ਥਾਂ ਹੀ ਚਲੇ ਜਾਣਾ, ਡੇਰੇ 'ਚ ਵਿਸ਼ਰਾਮ ਕਰਨਾ, ਤੇ ਮਹਾਂਪੁਰਖ ਚੌਂਕੜਾ ਮਾਰ ਕਰਕੇ ਉਸੇ ਤਰ੍ਹਾਂ ਹੀ ਪਲੰਗੇ ਤੇ ਬੈਠੇ ਹੁੰਦੇ। ਅੰਮ੍ਰਿਤ ਵੇਲੇ ਉੱਠ ਕੇ ਦੇਖਣਾ, ਉਵੇਂ ਬੈਠੇ ਹੁੰਦੇ ਸੀ। ਐਸੀ ਬਹੁਤ ਗੁਰਸਿੱਖਾਂ ਦੀ ਅਵਸਥਾ ਹੈ। ਤੋ ਭਾਵ ਇਹ ਕੋਈ ਆਸ਼ਚਰਜ ਨਹੀਂ ਹੈ ਕਿ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਤਾਂ ਗੁਰੂ ਹਨ। ਇਹ ਤਾਂ ਭਾਈ ਐਸੀਆਂ ਬਰਕਤਾਂ ਬਖਸ਼ਣ ਵਾਲੇ ਸਤਿਗੁਰੂ ਜੀ ਹਨ, ਜਿਹਨੂੰ ਕਹੀਦਾ ਨਿਰਵਿਕਲਪ ਸਮਾਧੀ। ਐਸੇ ਆਨੰਦ ਵਿੱਚ ਮਗਨ ਹੋਏ ਸਤਿਗੁਰੂ ਪਾਤਸ਼ਾਹ ਸਾਰੀ ਰਾਤ। ਅਤੇ ਹੁਣ ਸਤਿਗੁਰੂ ਜੀ ਅੰਮ੍ਰਿਤ ਵੇਲੇ ਤਿਆਰ ਹੋ ਕਰਕੇ ਸੋ ਆਪਣੇ ਆਸਣ ਤੇ ਸੋਭਨੀਕ ਹੋਏ ਨੇ। ਅਤੇ ਖਡੂਰ ਸਾਹਿਬ ਦੇ ਅੰਦਰ
ਇਸ ਪ੍ਰਕਾਰ ਜੋ ਸਰੋਵਰ ਹੈ, ਸਰੋਵਰ ਦੇ ਕਿਨਾਰੇ ਤੇ ਇੱਕ ਪਾਸੇ ਗੁਰਦੁਆਰਾ ਤਪਿਆਣਾ ਸਾਹਿਬ ਹੈ, ਇੱਕ ਪਾਸੇ ਹੈ ਨਾਨਕਿਆਣਾ ਸਾਹਿਬ। ਉਸ ਗੁਰਦੁਆਰਾ ਦਾ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ, ਉਸ ਦੇ ਬਾਹਰ ਇੱਕ ਥੜਾ ਬਣਿਆ ਹੋਇਆ ਹੈ। ਉਹ ਥੜਾ ਇਸ ਯਾਦ ਵਿੱਚ ਹੈ ਕਿ ਉਸ ਜਗ੍ਹਾ ਤੇ ਬੈਠ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਕਥਾ ਸੁਣਦੇ, ਭਾਈ ਬਾਲਾ ਜੀ ਸੁਣਾਇਆ ਕਰਦੇ ਸਨ। ਖਡੂਰ ਸਾਹਿਬ ਵਿੱਚ ਉਹ ਸਥਾਨ ਹੈ। ਤਾਂ ਮਹਾਂਪੁਰਖਾਂ ਦੇ ਨਾਲ ਜਦੋਂ ਉੱਥੇ ਗਏ, ਮਹਾਂਪੁਰਖ ਕਥਾ ਕਰਿਆ ਕਰਦੇ, ਬਹੁਤ ਇਲਾਕੇ ਦੀ ਸੰਗਤ ਜੁੜਿਆ ਕਰਦੀ। ਉੱਥੇ ਇਤਿਹਾਸ ਮਹਾਂਪੁਰਖੇ ਸਾਨੂੰ ਸਮਝਾਇਆ ਕਰਦੇ ਸਨ। ਤਾਂ ਉੱਥੇ ਦਾ ਵਾਕਿਆਤ ਕਵੀ ਜੀ ਵਰਣਨ ਕਰਦੇ ਨੇ। ਉਹ ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤ ਜੁੜ ਗਈ ਹੈ, ਭਾਈ ਬਾਲਾ ਜੀ ਨੂੰ ਬੁਲਾ ਲਿਆ। ਦੋਹਰਾ ਗੁਰ ਅੰਗਦ ਸ੍ਰੀ ਮੁਖ ਕਹਿਓ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਤਿਗੁਰਾਂ ਨੇ ਸੋਇਓ ਬਚਨ ਕੀਤਾ, ਸਭ ਇਤਿਹਾਸ ਸੁਣਾਓ। ਕਿਹਾ ਬਾਲਾ ਜੀ ਤੁਸੀਂ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬਚਪਨ ਤੋਂ ਆਨੰਦ ਮਾਣਿਆ ਹੈ, ਸਾਨੂੰ ਗੁਰੂ ਸਾਹਿਬ ਦਾ ਇਤਿਹਾਸ ਸਾਰਾ ਸੁਣਾਓ ਤੁਸੀਂ। ਸ੍ਰੀ ਨਾਨਕ ਕੇ ਜਨਮ ਤੇ ਸਾਹਿਬ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਤੋਂ ਲੈ ਕੇ ਸਕਲ ਕਥਾ ਸਮਝਾਓ। ਸਾਰੀ ਕਥਾ ਸਾਨੂੰ ਸੁਣਾਓ ਤੇ ਨਾਲੇ ਸਮਝਾਓ। ਮੇਰੇ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਸਾਹਿਬ ਨੇ ਕੈਸੇ ਕੌਤਕ ਕੀਤੇ ਹਨ। ਚੌਪਈ ਬਾਲੇ ਗੁਰ ਪ੍ਰਤ ਗਿਰਾ ਉਚਾਰੀ। ਭਾਈ ਬਾਲਾ ਸਾਹਿਬ ਜੀ ਨੇ ਗੁਰੂ ਮਹਾਰਾਜ ਦੇ ਤਾਈਂ ਇਉਂ ਬਚਨ ਕੀਤਾ ਹੈ, ਜਨਮ ਕਥਾ ਅਨਜਾਨ ਅਗਾਰੀ। ਦੇਖੋ ਮਹਾਰਾਜ, ਭਾਵੇਂ ਮੇਰੀ ਉਮਰ 3 ਸਾਲ ਗੁਰੂ ਸਾਹਿਬ ਤੋਂ ਵੱਡੀ ਹੈ, ਪਰ ਮੈਂ ਅਣਜਾਣ ਹਾਂ। ਗੁਰੂ ਸਾਹਿਬ ਦਾ ਅਵਤਾਰ ਦਾ ਸਮਾਂ ਜਿਹੜਾ ਹੈ ਉਹਦੇ ਬਾਰੇ ਮੈਨੂੰ ਗਿਆਨ ਨਹੀਂ ਹੈ। ਬਹੁਤ ਨਰਨ ਤੇ ਇਹ ਬਿਦ ਸੁਣੀ। ਪਰ ਮੈਂ ਬਹੁਤ ਬਜ਼ੁਰਗਾਂ ਤੋਂ ਇਸ ਤਰੀਕੇ ਦੇ ਨਾਲ ਇਹ ਬਚਨ ਸੁਣੇ ਹਨ। ਸੋ ਤੁਮ ਪਾਸ ਬਖਾਨਤ ਗੁਨੀ। ਤੋ ਮਹਾਰਾਜ ਮੈਂ ਵਿਚਾਰ ਕੇ ਤੁਹਾਡੇ ਚਰਨਾਂ ਦੇ ਵਿੱਚ ਉਹ ਬੇਨਤੀ ਕਰਦਾ ਹਾਂ ਜੀ, ਸੁਣੋ। ਊਰਜ ਮਾਸ ਕੀ ਪੂਰਨਮਾਸੀ। ਗਰੀਬ ਨਵਾਜ ਸ਼ਹਿਨਸ਼ਾਹ ਪਿਤਾ, ਸੋ ਕੱਤਕ ਮਹੀਨੇ ਦੀ ਪੂਰਨਮਾਸ਼ੀ ਦਾ ਜੋ ਦਿਨ ਹੈ, ਬਸੰਤ ਸਪਤ ਨਛੱਤਰ 84। ਤਾਂ ਬਿੰਸਤ ਸਪਤ 27ਵਾਂ ਨਛੱਤਰ ਜਿਹੜਾ ਹੈ ਇਹ ਰਾਸਾਂ ਦੇ ਵਿੱਚੋਂ ਗਿਣਿਆ ਜਾਂਦਾ ਹੈ, ਉਸ ਸਮੇਂ ਦਾ ਜਨਮ ਹੈ। ਭਾਵ ਅੱਜ ਕੱਲ੍ਹ ਤਾਂ ਹੁਣ ਆ ਅੰਗਰੇਜ਼ੀ ਟਾਈਮ ਸਾਰੇ ਆ ਗਿਆ ਨਾ, ਘੜੀਆਂ ਦਾ ਵਗੈਰਾ ਦਾ। ਤੋਂ ਪ੍ਰਾਚੀਨ ਸਮੇਂ ਦੇ ਵਿੱਚ ਜਾਂ ਹੁਣ ਵੀ ਜੋ ਗਣਿਤ ਵਿਦਿਆ ਹੈ ਉਹਦੇ ਵਿੱਚ ਜੋ ਸਮਾਂ ਹੈ ਇਹ ਨਛੱਤਰਾਂ ਦੇ ਹਿਸਾਬ ਨਾਲ ਜਿਹੜਾ ਹੈ ਉਹ ਗਿਣਿਆ ਜਾਂਦਾ ਹੈ। ਉਹ ਸਮੇਂ ਦੀ ਵੰਡ ਇਸ ਤਰ੍ਹਾਂ ਹੈ ਵੀ ਜਿਸ ਤਰ੍ਹਾਂ ਸੋ ਅਸੀਂ 8 ਪਹਿਰ ਗਿਣਦੇ ਹਾਂ, ਦਿਨ ਤੇ ਰਾਤ, 4 ਪਹਿਰ ਦਿਨ, 4 ਪਹਿਰ ਰਾਤ ਗਿਣਦੇ ਹਾਂ। ਤਾਂ 8 ਪਹਿਰ ਜਿਹੜੇ ਨੇ ਦਿਨ ਤੇ ਰਾਤ ਦੇ, ਇਹਦੇ ਵਿੱਚ 27 ਨਛੱਤਰ ਨੇ। ਜਿਸ ਤਰ੍ਹਾਂ 24 ਘੰਟੇ ਗਿਣਦੇ ਆਪਾਂ, ਉਹ 27 ਨਛੱਤਰ ਗਿਣੇ ਜਾਂਦੇ ਹਨ। ਫਿਰ ਇੱਕ ਇੱਕ ਨਛੱਤਰ ਜਿਹੜਾ ਹੈ ਉਹਦੇ 4-4 ਚਰਨ ਨੇ, 4-4 ਹਿੱਸੇ ਨੇ। ਜਿਸ ਤਰ੍ਹਾਂ ਘੰਟੇ ਨੇ, ਫਿਰ ਮਿੰਟ, ਫਿਰ ਸਕਿੰਟ ਦੀ ਵੰਡ ਹੈ। ਇਸ ਤਰ੍ਹਾਂ ਇੱਕ ਇੱਕ ਨਛੱਤਰ ਦੇ 4-4 ਹਿੱਸੇ ਨੇ ਤੇ ਉਹਨਾਂ ਦੇ ਹਿਸਾਬ ਨਾਲ ਸਮੇਂ ਦੀ ਉਸ ਵੇਲੇ ਦੀ ਗਿਣਤੀ ਸੀ। ਤੋਂ ਦੱਸ ਰਹੇ ਨੇ ਇੱਥੇ ਕਿ ਕੱਤਕ ਦੀ ਪੂਰਨਮਾਸ਼ੀ ਸੀ ਔਰ 27ਵਾਂ ਨਛੱਤਰ ਦਾ ਸਮਾਂ ਸੀ ਜਦੋਂ ਮਹਾਰਾਜ ਨੇ ਅਵਤਾਰ ਧਾਰਿਆ। ਔਰ ਸੁਨੀ ਸੋ ਕਰੋ ਉਚਾਰੀ। ਤੇ ਜਿਹੜੀ ਮੈਂ ਹੋਰ ਗੱਲ ਸੁਣੀ ਹੈ ਜੀ, ਤੁਹਾਡੇ ਚਰਨਾਂ 'ਚ ਉਚਾਰ ਕੇ ਦੱਸਦਾ ਹਾਂ। ਸਤਿਗੁਰੂ ਜੀ ਸੁਣੋ। ਪਤਰੀ ਜਨਮ ਲਿਖੀ ਦਿਜ ਸਾਰੀ। ਕਿ ਪੁਰੋਹਿਤ ਜੀ ਨੇ, ਦਿਜ ਬ੍ਰਾਹਮਣ ਨੇ ਸਾਹਿਬ ਗੁਰੂ ਨਾਨਕ ਮਹਾਰਾਜ ਦੀ ਜਨਮ ਪੱਤਰੀ ਲਿਖੀ ਸੀ। ਇਹ ਮੈਂ ਸੁਣਿਆ ਹੋਇਆ। ਭਾਈ ਬਾਲਾ ਜੀ ਕਹਿ ਰਹੇ ਹਨ, ਕਾਲੂ ਨਾਨਕ ਜਨਕ ਜਨੀਜੈ। ਮਹਿਤਾ ਕਾਲੂ ਜੀ, ਮਹਿਤਾ ਕਲਿਆਣ ਚੰਦ ਜਾਂ ਮਹਿਤਾ ਕਾਲੂ ਕਿਹਾ ਜਾਂਦਾ। ਸਤਿਗੁਰਾਂ ਦੇ ਪਿਤਾ ਜੀ ਸਨ। ਧਾਮ ਮਦ ਤੇ ਧਰੀ ਲਖੀਜੈ। ਤੇ ਉਹ ਜਿਹੜੀ ਜਨਮ ਪੱਤਰੀ ਲਿਖੀ ਸੀ ਪੰਡਤ ਜੀ ਨੇ ਸਾਹਿਬ ਗੁਰੂ ਨਾਨਕ ਸਾਹਿਬ ਦੀ, ਸੋ ਸਤਿਗੁਰਾਂ ਦੇ ਸਤਿਕਾਰਯੋਗ ਪਿਤਾ ਜੀ ਦੇ ਘਰ ਵਿੱਚ ਰੱਖੀ ਹੋਈ ਜਿਹੜੀ ਹੈ, ਇਹ ਜਾਣ ਲਓ। ਭਾ ਪਰਲੋਕ ਕਾਲ ਬਹੁ ਕਾਲੂ। ਕਿਉਂਕਿ ਸਤਿਗੁਰਾਂ ਦੇ ਸਤਿਕਾਰਯੋਗ ਪਿਤਾ ਜੀ ਦਾ ਸੋ ਇਸ ਪ੍ਰਕਾਰ ਪ੍ਰਲੋਕ ਗਮਨ ਕਾਫੀ ਸਮੇਂ ਪਹਿਲਾਂ ਹੋ ਚੁੱਕਾ ਹੈ। ਜੀਵਤ ਅਨਜ ਨਾਮ ਤਿਹ ਲਾਲੂ। ਤੇ ਉਹਨਾਂ ਦੇ ਅਨਜ ਛੋਟੇ ਭਰਾਤਾ ਭਾਈ ਲਾਲੂ ਜੀ ਜਿਹੜੇ ਨੇ, ਲਾਲ ਚੰਦ ਲਾਲੂ ਜੀ, ਉਹਨਾਂ ਦਾ ਸਰੀਰ ਅਜੇ ਹੈਗਾ ਹੈ। ਇਉਂ ਜਿਹੜਾ ਹੈ ਕਹਿੰਦੇ ਜੀ ਇਹ ਵੇਰਵਾ ਮੇਰੇ ਕੋਲ ਹੈ। ਦੋਹਰਾ
ਬ੍ਰਿਧ ਬੈਸ ਬਪ ਬਲ ਬਿਨਾ। ਤੋ ਲਾਲੂ ਜੀ ਦਾ ਸਰੀਰ ਵੀ ਬਜ਼ੁਰਗ ਹੋਇਆ ਹੋਇਆ ਹੈ। ਸੋ ਬੱਪ ਸਰੀਰ ਬਜ਼ੁਰਗ ਹੈ ਔਰ ਕਮਜ਼ੋਰ ਹੈ, ਬਲ ਤੋਂ ਬਿਨਾ ਹੈ। ਬੀਤੇ ਬਰਖ ਵਿਸਾਲ। ਕਿਉਂਕਿ ਕਾਫੀ ਸਾਲ ਗੁਜ਼ਰ ਗਏ ਨੇ, ਲੰਬੀ ਉਮਰ ਹੈ ਉਹਨਾਂ ਦੀ। ਤਲਵੰਡੀ ਮਹਿ ਸਦਨ ਤਿਸ। ਉਹਨਾਂ ਦਾ ਘਰ ਤਲਵੰਡੀ ਦੇ ਰਾਏ ਭੋਏ ਦੀ ਤਲਵੰਡੀ ਵਿੱਚ ਹੀ ਹੈ। ਸੁਨਹੁ ਸਰੋਨ ਗੁਰ ਦਇਆਲ। ਇਹ ਮੇਰੇ ਦਿਆਲੂ ਸਤਿਗੁਰੂ ਜੀ, ਕੰਨਾਂ ਵਿੱਚ ਸਰਵਣ ਕਰੋ ਜੀ। ਚੌਪਈ ਸ੍ਰੀ ਅੰਗਦ ਸੁਨ ਉਰ ਬਹੁ ਹਰਖਾ। ਸੁਣ ਕਰਕੇ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਨ ਵਿੱਚ ਬਹੁਤ ਖੁਸ਼ ਹੋਏ ਹਨ। ਪਰਮ ਪ੍ਰੇਮ ਜਯੋ ਜਲ ਧਰ ਬਰਖਾ। ਜਿਸ ਤਰ੍ਹਾਂ ਧਰਤੀ ਤੇ ਵਰਖਾ ਵਰਸਦੀ ਹੈ, ਇਤਨਾ ਕਹਿੰਦੇ ਮਹਾਨ ਪ੍ਰੇਮ ਜਾਗਿਆ ਮਨ ਵਿੱਚ। ਬੋਲੇ ਗਿਰਾ ਰਸਾਲ ਕਿਰਪਾਲਾ। ਮੇਰੇ ਕਿਰਪਾਲੂ ਸਤਿਗੁਰੂ ਜੀ ਰਸਾਲ ਬੜੇ ਸੁੰਦਰ ਬਚਨ ਬੋਲੇ ਉਸ ਵੇਲੇ। ਕਿਤ ਬਿਦ ਲੀਜੇ ਪਤਰੀ ਬਾਲਾ। ਫਿਰ ਭਾਈ ਬਾਲਾ ਜੀ, ਉਹ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਜੋ ਜਨਮ ਪੱਤਰੀ ਹੈ, ਉਹ ਕਿਸ ਤਰੀਕੇ ਨਾਲ ਪ੍ਰਾਪਤ ਹੋਵੇ ਤਾਂ ਕਿ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਅਵਤਾਰ ਹੈ ਉਸ ਦਾ ਸਹੀ ਪਤਾ ਚੱਲ ਜਾਵੇ। ਐਸਾ ਕੌਣ ਮੀਤ ਸਿੱਖ ਹੋਈ। ਇਹੋ ਜਿਹਾ ਕੋਈ ਸਾਡਾ ਸਿੱਖ ਮਿੱਤਰ ਹੋਵੇ ਸਾਡਾ ਜੀ। ਪਤਰੀ ਕੋ ਦਰਸਾਵਹਿ ਜੋਈ। ਜਿਹੜਾ ਸਾਨੂੰ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਸਮੇਂ ਦੀ ਉਹ ਜੋ ਲਿਖਤ ਹੈ ਉਹਦਾ ਜੋ ਦਰਸ਼ਨ ਕਰਾਵੇ। ਬਾਲਾ ਕਹਿ ਖੋਜ ਜੋ ਕੀਜੈ। ਭਾਈ ਬਾਲਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਜੇ ਅਗਰ ਯਤਨ ਕਰਕੇ ਖੋਜ ਕੀਤੀ ਜਾਵੇ ਤਾਂ ਤਉ ਨਿਸ਼ਚੈ ਪਤਰੀ ਕਰ ਲੀਜੈ। ਤਾਂ ਕਹਿੰਦੇ ਨਿਸ਼ਚਾ ਹੈ ਕਿ ਉਹ ਜਿਹੜਾ ਸੋ ਕਾਗਜ਼ ਲਿਖਿਆ ਹੋਇਆ ਗੁਰੂ ਸਾਹਿਬ ਦੇ ਅਵਤਾਰ ਦੇ ਸਮੇਂ ਦਾ ਉਹ ਮਿਲ ਸਕਦਾ ਹੈ। ਲਾਲੂ ਅਲਾਈ ਮਿਲ ਕਰ ਤਾਸੂ। ਤੋ ਲਾਲੂ ਆਲੈ, ਸੋ ਲਾਲੂ ਜੀ ਦੇ ਘਰ ਵਿੱਚ ਜੇ ਮਿਲ ਕਰਕੇ ਭਾਈ ਲਾਲੂ ਜੀ ਦੇ ਨਾਲ ਖੋਜ ਕਰੀਏ ਤੇ ਜ਼ਰੂਰ ਅਸੀਂ ਸਫਲ ਹੋਵਾਂਗੇ। ਖੁਜਵਾਵਹਿ ਜਬ ਤਿਹ ਕੇ ਪਾਸੂ। ਜਦੋਂ ਜਾ ਕੇ ਸੋ ਸਤਿਗੁਰਾਂ ਦੇ ਚਾਚਾ ਲਾਲੂ ਜੀ ਦੇ ਪਾਸੋਂ ਖੋਜ ਕਰਵਾਈਏ ਘਰ ਵਿੱਚ ਤਾਂ ਜ਼ਰੂਰ ਅਸੀਂ ਕਾਮਯਾਬ ਹੋਵਾਂਗੇ। ਤਉ ਕਰ ਆਵਹਿ ਪਠਵ ਕੋਈ। ਇਸ ਵਾਸਤੇ ਮਹਾਰਾਜ ਕਿਸੇ ਪਿਆਰੇ ਸਿੱਖ ਸੇਵਕ ਨੂੰ ਭੇਜੋ ਤਾਂ ਕਿ ਸੋ ਮਿਲ ਕੇ ਲਾਲੂ ਜੀ ਦੇ ਨਾਲ ਤੇ ਇਹ ਯਤਨ ਕੀਤਾ ਜਾਵੇ। ਫੇਰੋ ਪੂਰ ਮਨੋਰਥ ਹੋਈ। ਜੇ ਆਪ ਜੀ ਯਤਨ ਕਰੋ ਤੇ ਮਹਾਰਾਜ ਇਹ ਮਨੋਰਥ ਜਿਹੜਾ ਸਾਡਾ ਫੁਰਨਾ ਆਪ ਜੀ ਦਾ ਇਹ ਪੂਰਾ ਹੋ ਜਾਏਗਾ। ਦੋਹਰਾ ਸ੍ਰੀ ਅੰਗਦ ਭਾਖੀ ਗਿਰਾ। ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਬਾਣੀ ਬੋਲੀ, ਬਚਨ ਕੀਤੇ ਹਨ। ਹੋਵਹਿ ਤੁਮ ਤੇ ਕਾਮ। ਦੇਖੋ ਭਾਈ ਬਾਲਾ ਜੀ, ਇਹ ਕੰਮ ਤੇਰੇ ਕੋਲੋਂ ਹੀ ਪੂਰਾ ਹੋ ਸਕਦਾ ਹੈ। ਤਾਹੇ ਨਗਰ ਮਹਿ ਰਹਿਤ ਹੋ। ਤੁਸੀਂ ਉਸੇ ਹੀ ਨਗਰੀ ਦੇ ਵਿੱਚ ਵਾਸਾ ਕਰ ਰਹੇ ਹੋ। ਖੁਜਵਾਵਹੁ ਤਿਹ ਧਾਮ। ਇਸ ਵਾਸਤੇ ਤੁਸੀਂ ਜਾ ਕੇ ਸੋ ਉਹਨਾਂ ਦੇ ਘਰ ਵਿੱਚ ਪਹੁੰਚ ਕੇ ਗੁਰੂ ਸਾਹਿਬ ਦੇ ਚਾਚਾ ਜੀ ਦੇ ਘਰ ਤੁਸੀਂ ਖੋਜ ਕਰਾਵੋ ਜੀ। ਚੌਪਈ ਕਹਿ ਬਾਲਾ ਮੁਖ ਸਹਿ ਸੁਦਾਸੀ। ਤੋ ਭਾਈ ਬਾਲਾ ਜੀ ਆਪਣੇ ਮੁਖ ਤੋਂ ਸੁਦਾਸੀ, ਸੋ ਕਹਿੰਦੇ ਨੇ ਭਾਈ ਅੰਮ੍ਰਿਤ ਵਰਗੇ ਬਚਨ ਕਹਿੰਦੇ ਹਨ। ਸ੍ਰੀ ਅੰਗਦ ਸੁਨੀਏ ਸੁਖ ਰਾਸੀ। ਇਹ ਸੁੱਖਾਂ ਦੇ ਅਰਾਸੀ ਖਜ਼ਾਨੇ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਬੇਨਤੀ ਸੁਣੋ। ਏਕ ਸਿੱਖ ਦੀਜੇ ਮੁਝ ਸਾਥੂ। ਹੇ ਗਰੀਬ ਨਵਾਜ, ਕਿਰਪਾ ਕਰੋ ਮੇਰੇ ਨਾਲ ਇੱਕ ਪਿਆਰਾ ਆਪਣਾ ਸਿੱਖ ਭੇਜ ਦਿਓ। ਜਾਵਹਿ ਜਸ ਪਦ ਦੀਨਾ ਨਾਥੂ। ਹੇ ਦੀਨ ਗਰੀਬਾਂ ਦੇ ਨਾਥ ਸੁਆਮੀ ਸਤਿਗੁਰੂ ਜੀ, ਅਸੀਂ ਛੇਤੀ ਜਿਹੜਾ ਸਿੱਖ ਮੇਰੇ ਨਾਲ ਜਾਵੇ ਐਸਾ ਸਿੱਖ ਮੇਰੇ ਨਾਲ ਭੇਜੋ ਇਸ ਕਾਰਜ ਵਾਸਤੇ। ਲਾਲੂ ਆਲੀਏ ਲਹਿ ਟੁਲਾਈ। ਭਾਈ ਲਾਲੂ ਜੀ ਦੇ ਘਰ ਵਿੱਚ ਜਾ ਕਰਕੇ ਅਸੀਂ ਖੋਜ ਕਰ ਲਈਏ ਜੀ। ਅਨਹ ਗੇ ਹਮ ਜੇ ਤਹ ਪਾਈ। ਜੇ ਮਹਾਰਾਜ ਸਾਨੂੰ ਪ੍ਰਾਪਤ ਹੋ ਗਈ ਤਾਂ ਉਹ ਅਸੀਂ ਆਪ ਜੀ ਦੇ ਕੋਲ ਸੋ ਗੁਰੂ ਸਾਹਿਬ ਦੇ ਜਨਮ ਦੀ ਜਿਹੜੀ ਇਸ ਪ੍ਰਕਾਰ ਲਿਖਤ ਹੈ ਲਿਆਵਾਂਗੇ ਜੀ। ਗੁਰ ਪ੍ਰਸਾਦੇ ਬਾਲੇ ਪਰਤਬ। ਗੁਰ ਪ੍ਰਸਿੱਧੇ ਮੇਰੇ ਸਤਿਗੁਰੂ ਪਾਤਸ਼ਾਹ ਫਿਰ ਬਹੁਤ ਖੁਸ਼ ਹੋਏ ਭਾਈ ਬਾਲਾ ਜੀ ਨੇ ਜਦੋਂ ਬਚਨ ਕੀਤਾ। ਚਿਤ ਕਰਤਾਰ ਨ ਬਿਸਰੇ ਉਰ ਕਬ। ਮੇਰੇ ਸਤਿਗੁਰੂ ਨੇ ਵਰ ਦਿੱਤਾ, ਭਾਈ ਬਾਲਾ ਜੀ ਤੈਨੂੰ ਕਰਤਾਰ ਨਾ ਕਦੇ ਵਿਸਰੇ, ਭੁੱਲੇ ਨਾ ਕਦੇ ਪਰਮੇਸ਼ਰ। ਲਾਲਾ ਪੰਨੂ ਸਿੱਖ ਸਦਾਇਆ। ਸਤਿਗੁਰੂ ਜੀ ਨੇ ਝੱਟ ਇੱਕ ਪੰਨੂ ਲਾਲ ਸਿੱਖ ਸੀ, ਲਾਲਾ ਪੰਨੂ, ਸੋ ਪੰਨੂ ਲਾਲ ਸਿੱਖ ਨੂੰ ਬੁਲਾਇਆ ਹੈ ਕੋਲ। ਸ੍ਰੀ ਮੁਖ ਤੇ ਇਵ ਵਾਕ ਅਲਾਇਆ। ਸੁਭਾਏ ਮਨ ਮੁਖ ਤੋਂ ਖਡੂਰ ਸਾਹਿਬ ਵਿੱਚ
ਗੁਰੂ ਅੰਗਦ ਦੇਵ ਸਾਹਿਬ ਨੇ ਬਚਨ ਕੀਤਾ। ਗੁਰ ਸਿੱਖੀ ਤੁਮ ਮਹਿ ਅਦਕਾਈ। ਭਾਈ ਦੇਖ, ਭਾਈ ਪੰਨੂ ਲਾਲ ਜੀ, ਤੁਹਾਡੇ ਮਨ ਵਿੱਚ ਬਹੁਤ ਗੁਰਸਿੱਖੀ ਪਿਆਰ ਹੈ, ਗੁਰਸਿੱਖੀ ਭਰੀ ਹੈ। ਜੀਵ ਸਾਵਨ ਸਰਤਾ ਬਹੁਤਾਈ। ਤੇਰੇ ਮਨ ਵਿੱਚ ਇਉਂ ਸਿੱਖੀ ਭਰਪੂਰ ਹੈ ਜਿਸ ਤਰ੍ਹਾਂ ਸਾਵਣ ਦੇ ਮਹੀਨੇ ਬਰਸਾਤਾਂ ਹੁੰਦੀਆਂ ਨੇ ਤੇ ਨਦੀਆਂ 'ਚ ਜਲ ਭਰਿਆ ਹੋਵੇ, ਇਉਂ ਤੇਰੇ ਹਿਰਦੇ ਵਿੱਚ ਗੁਰਸਿੱਖੀ ਭਰੀ ਹੈ। ਦੋਹਰਾ ਬਾਲੇ ਸੰਗ ਜੈ ਤਹਾਂ। ਜਾਈਏ ਤੋ ਕਹਿੰਦੇ ਨੇ ਤੁਸੀਂ ਇੰਜ ਕਰੋ, ਭਾਈ ਬਾਲਾ ਜੀ ਦੇ ਨਾਲ ਜਾਓ ਉਸ ਜਗ੍ਹਾ ਤੇ ਜਹ ਜਨਮਿਓ ਮਮਨਾਥ। ਜਿੱਥੇ ਮੇਰੇ ਸਤਿਗੁਰੂ ਪਾਤਸ਼ਾਹ ਸੁਆਮੀ ਨੇ ਅਵਤਾਰ ਧਾਰਨ ਕੀਤਾ, ਉਸ ਨਗਰੀ 'ਚ ਜਾਓ। ਭਾਵ ਪੱਤਰੀ ਕੋ ਆਨ ਕੈ। ਇੰਜ ਕਰੋ, ਸਾਹਿਬ ਸਤਿਗੁਰੂ ਮਹਾਰਾਜ ਦੇ ਅਵਤਾਰ ਦੀ ਲਿਖਤ ਜਿਹੜੀ ਹੈ ਉਹ ਲਿਆ ਕਰਕੇ ਕੀਜੇ ਜਨਮ ਸਕਾਥਾ। ਆਪਣਾ ਜਨਮ ਤੁਸੀਂ ਸਫਲਾ ਕਰ ਲਵੋ ਇਹ ਕਾਰਜ ਕਰਕੇ। ਚੌਪਈ ਸੁਨ ਸੁਰਤ ਬਚਨ ਸਮਾਤ ਨ ਅੰਗਾ। ਸੁਣ ਕਰਕੇ ਗੁਰੂ ਪਾਤਸ਼ਾਹ ਜੀ ਦੇ ਬਚਨ ਭਈ ਗੁਰੂ ਸਾਹਿਬ ਨੇ ਮੇਰੀ ਸੇਵਾ ਲਾਈ ਹੈ, ਇਉਂ ਜਾਣ ਕੇ ਇੰਨਾ ਖੁਸ਼ ਹੋਇਆ, ਆਪਣੇ ਅੰਗਾਂ 'ਚ ਸਮਾਉਂਦਾ ਨਹੀਂ, ਬਹੁਤ ਪ੍ਰਸੰਨ ਹੋਇਆ ਸਿੱਖ। ਭਇਓ ਤਿਆਰ ਚੱਲਣ ਕੋ ਸੰਗਾ। ਆ ਕਹਿੰਦੇ ਨਾਲ ਭਾਈ ਬਾਲਾ ਜੀ ਦੇ ਚੱਲਣ ਵਾਸਤੇ ਭਾਈ ਪੰਨੂ ਲਾਲ ਸਿੱਖ ਗੁਰੂ ਕਾ ਤਿਆਰ ਹੋ ਗਿਆ। ਧਨ ਭਾਗ ਆਪਣੇ ਕਰ ਜਾਣੇ। ਇਸ ਨੇ ਜਾਣਿਆ ਮੇਰੇ ਵੱਡੇ ਭਾਗ ਨੇ, ਜੇ ਮੇਰੇ ਸਤਿਗੁਰੂ ਪਾਤਸ਼ਾਹ ਮੇਰੇ ਪਾਸੋਂ ਐਸੀ ਸੇਵਾ ਪ੍ਰਾਪਤ ਲੈਣ ਤਾਂ। ਪੱਤਰੀ ਨਾਨਕ ਦਰਸ਼ਨ ਮਾਨੇ। ਇਸ ਨੇ ਜਾਣਿਆ ਕਿ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਾ ਸਮਾਂ ਲਿਖਤ ਵਾਲਾ ਕਾਗਜ਼ ਜਦੋਂ ਮੈਂ ਉਹ ਪੱਤਰਾ ਦਰਸ਼ਨ ਕਰਾਂਗਾ ਤੇ ਮੇਰੇ ਵੱਡੇ ਹੀ ਭਾਗ ਹੋਣਗੇ। ਬੰਦਨ ਕਰ ਸੁਨ ਸਤ ਕਰਤਾਰ। ਤੇ ਸਤਿਗੁਰੂ ਪਾਤਸ਼ਾਹ ਨੂੰ ਨਮਸਕਾਰ ਕੀਤੀ ਤੇ ਸਤ ਕਰਤਾਰ ਦਾ ਆਵਾਜ਼ਾ ਸਰਵਣ ਕੀਤਾ। ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੋਂ ਸੋ ਕਰਤਾਰ ਕਰਤਾਰ ਸਤ ਕਰਤਾਰ ਦਾ ਆਵਾਜ਼ਾ ਸੀ। ਜਿਵੇਂ ਹੁਣ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜਾਂ ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਉਵੇਂ ਉਸ ਸਮੇਂ ਤੇ ਗੁਰੂ ਪਾਤਸ਼ਾਹ ਜੀ ਨੇ ਇਹ ਸਤ ਕਰਤਾਰ ਦਾ ਇਉਂ ਮਹਾਰਾਜ ਨੇ ਬੋਲਾ ਬਖਸ਼ਿਆ ਸੀ। ਚਲਤ ਭਏ ਨਾਨਕ ਉਰ ਧਾਰ। ਸਾਹਿਬ ਗੁਰੂ ਨਾਨਕ ਸਾਹਿਬ ਦਾ ਸਰੂਪ ਮਨ ਵਿੱਚ ਧਾਰਨ ਕਰਕੇ ਪ੍ਰੇਮ ਧਾਰ ਕੇ ਚੱਲ ਪਏ ਹਨ। ਮਗ ਮਹਿ ਮਹਿਮਾ ਅਮੀ ਪਟੰਤਰ। ਰਸਤੇ ਦੇ ਵਿੱਚ ਜਾਂਦਿਆਂ ਦੋਨੋਂ ਹੀ ਸਿੱਖ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਮਹਿਮਾ ਜੋ ਸਿਫਤ ਵਡਿਆਈ ਹੈ, ਜੋ ਪਟੰਤਰ ਅੰਮ੍ਰਿਤ ਸਰੀਖੀ ਹੈ, ਕਰਦੇ ਜਾਂਦੇ ਨੇ ਮਹਿਮਾ ਸਤਿਗੁਰਾਂ ਦੀ। ਕਹਿਤ ਸੁਨਤ ਜੁਗ ਚਲਤ ਨਿਰੰਤਰ। ਨਿਰੰਤਰ ਇੱਕ ਰਸ ਦੋਵੇਂ ਹੀ ਬਚਨ ਬਲਾਸ ਕਰਦੇ ਸਤਿਗੁਰਾਂ ਦੇ। ਸੋ ਕਹਿੰਦੇ ਨੇ ਚੱਲਦੇ ਗਏ, ਚੱਲ ਪਏ ਹਨ, ਗਏ ਹਨ। ਪਹੁੰਚੇ ਜਬ ਤਲਵੰਡੀ ਜਾਏ। ਜਦੋਂ ਤਲਵੰਡੀ ਸਾਹਿਬ ਵਿੱਚ ਪਹੁੰਚੇ ਹਨ ਜਾ ਕਰਕੇ ਲਾਲੂ ਆਲੀਏ ਮਿਲਿਏ ਆਏ। ਤਾਂ ਕਹਿੰਦੇ ਨੇ ਚਾਚਾ ਲਾਲੂ ਜੀ ਦੇ ਘਰ ਵਿੱਚ ਜਾ ਕਰਕੇ ਆਣ ਕੇ ਮਿਲੇ ਜਦੋਂ। ਕਰ ਬੰਧਨ ਪੁਨ ਬਚਨ ਉਚਾਰਾ। ਆ ਕਹਿੰਦੇ ਨੇ ਜਾ ਕੇ ਨਮਸਕਾਰ ਕੀਤੀ ਹੈ। ਭਾਈ ਵੱਡੇ ਨੇ ਗੁਰੂ ਨਾਨਕ ਸਾਹਿਬ ਦੇ ਚਾਚਾ ਜੀ, ਜਾ ਕੇ ਨਮਸਕਾਰ ਕੀਤੀ ਹੈ। ਸੁਨ ਲਾਲੂ ਇੱਕ ਪਰ ਉਪਕਾਰਾ। ਤੇ ਜਾ ਕੇ ਬੇਨਤੀ ਇੰਜ ਕੀਤੀ ਹੈ ਬੜੇ ਪ੍ਰੇਮ ਦੇ ਨਾਲ। ਕਹਿੰਦੇ ਸੁਣੋ ਚਾਚਾ ਲਾਲੂ ਜੀ, ਇੱਕ ਬਹੁਤ ਵੱਡਾ ਪਰਉਪਕਾਰ ਹੈ ਜੀ। ਦੋਹਰਾ ਸੋਧਿਓ ਹਮ ਜੋ ਗੁਰ ਭਇਓ ਅੰਗਦ ਪਰਮ ਨਿਧਾਨ। ਅਸੀਂ ਸੋਧਿਓ, ਅਸੀਂ ਸੋ ਪਰਖ ਕਰਕੇ ਵੇਖ ਲਿਆ ਹੈ ਕਿ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਸੁਸ਼ੋਭਿਤ ਹੋਏ ਹਨ। ਸ੍ਰੀ ਨਾਨਕ ਪੁਨ ਤਿੰਨ ਬਿਖੈ ਭੇਦ ਨ ਕੋ ਜਾਨ। ਜਾਣ ਲਓ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਵਿੱਚ ਜਰਾ ਵੀ ਕੋਈ ਭੇਦ ਨਹੀਂ ਹੈ, ਗੁਰੂ ਨਾਨਕ ਸਾਹਿਬ ਦਾ ਹੀ ਰੂਪ ਹਨ ਜੀ। ਚੌਪਈ ਦੀਨੇ ਅੰਗਦ ਕੋ ਗੁਰਿਆਈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਆ ਹੈ। ਤਿੰਨ ਪਤਰੀ ਤੁਮ ਸੋ ਮੁਗਵਾਈ। ਤੇ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਸ੍ਰੀ ਗੁਰੂ ਨਾਨਕ ਮਹਾਰਾਜ ਦੀ ਜੋ ਜਨਮ ਤਰੀਕ ਹੈ ਉਹ ਤੁਹਾਡੇ ਕੋਲੋਂ ਮੰਗਾਈ ਹੈ ਜੀ। ਲਾਲਸ ਹੀਰਨ ਤਾਸ ਵਿਸਾਲਾ। ਕਿਉਂਕਿ ਉਹਨਾਂ ਦੇ ਮਨ ਵਿੱਚ ਉਸ ਲਿਖਤ ਨੂੰ ਦਰਸ਼ਨ ਕਰਨ ਦੀ ਬਹੁਤ ਲਾਲਸਾ ਹੈ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ। ਸੁਨ ਕਰ ਸਿੱਖ ਪਠਿਓ ਤਤਕਾਲਾ। ਤੇ ਸਤਿਗੁਰਾਂ ਨੇ ਸੁਣ ਕੇ ਛੇਤੀ ਦੇ ਨਾਲ ਹੀ ਇਸ ਸਿੱਖ ਨੂੰ ਮੇਰੇ ਨਾਲ ਭੇਜਿਆ ਹੈ ਇਸ ਕਾਰਜ ਵਾਸਤੇ। ਲਾਲੂ ਕਹੈ ਨਾ ਮੁਝ ਸੁਧ ਕੋ। ਚਾਚਾ ਲਾਲੂ ਜੀ ਕਹਿੰਦੇ ਨੇ
ਭਈ ਦੇਖੋ ਮੈਨੂੰ ਤਾਂ ਇਸ ਗੱਲ ਦੀ ਕੋਈ ਖਬਰ ਨਹੀਂ ਹੈ। ਭਾਵ ਪਤਰੀ ਤੁਮ ਜਾਚਤ ਜੋ ਜਿਹੜੀ ਪੱਤਰੀ ਕਾਗਜ਼ ਤੁਸੀਂ ਚਾਹੁੰਦੇ ਹੋ ਉਸ ਦਾ ਮੈਨੂੰ ਕੋਈ ਯਾਦ ਨਹੀਂ ਹੈ। ਨਾਨਕ ਕੇ ਤੁਮ ਬਹੁਤ ਪਿਆਰੇ। ਕਹਿੰਦੇ ਭਾਈ ਬਾਲਾ ਜੀ ਭਈ ਤੁਸੀਂ ਤਾਂ ਸਾਹਿਬ ਗੁਰੂ ਨਾਨਕ ਸਾਹਿਬ ਦੇ ਬਹੁਤ ਪਿਆਰੇ ਸੇਵਕ ਹੋ। ਹਮ ਸੋ ਕਹੋ ਸਭ ਭੇਦ ਵਿਚਾਰੇ। ਇਸ ਵਾਸਤੇ ਸਾਨੂੰ ਸਾਰਾ ਭੇਦ ਵਿਚਾਰ ਕੇ ਤੂੰ ਦੱਸ। ਗੁਰ ਅੰਗਦ ਹੈ ਕੈਸਰੀ ਚੰਦ। ਤੋ ਇਹ ਚਾਚਾ ਲਾਲੂ ਜੀ ਨੇ ਸਵਾਲ ਕੀਤਾ ਵੀ ਤੂੰ ਸਿਆਣਾ ਹੈ ਤੇ ਗੁਰੂ ਨਾਨਕ ਦਾ ਪ੍ਰੇਮੀ ਹੈ ਤੇ ਇੰਨੀ ਗੱਲ ਦੱਸ ਭਈ ਗੁਰੂ ਹੁਣ ਜੋ ਸ੍ਰੀ ਚੰਦ ਗੁਰੂ ਸਾਹਿਬ ਜੀ ਨੇ ਪੁੱਤਰ ਨੂੰ ਗੱਦੀ ਦਿੱਤੀ ਹੈ ਕਿ ਜਾਂ ਸੇਵਾਦਾਰ ਗੁਰੂ ਅੰਗਦ ਦੇਵ ਸਾਹਿਬ ਨੂੰ ਬਖਸ਼ਿਸ਼ ਕੀਤੀ ਹੈ, ਇਹ ਨਿਰਣਾ ਕਰਕੇ ਦੱਸ। ਮੰਜੀ ਕਿਹੇ ਢਿਗ ਆਨੰਦ ਕੰਦ। ਇਹ ਆਨੰਦ ਦੀ ਦਾਤੀ ਗੁਰਤਾ ਦੀ ਮੰਜੀ ਜੋ ਹੈ ਇਹ ਕਿਹਦੇ ਕੋਲ ਹੈ, ਇਹ ਸਵਾਲ ਕੀਤਾ ਹੈ ਉਸਨੇ। ਸੁਤ ਨੇ ਲਈ ਕੇ ਸੇਵਕ ਪਾਈ। ਭਾਈ ਸੁਪੁੱਤਰ ਨੇ ਮੰਜੀ ਪ੍ਰਾਪਤ ਕੀਤੀ, ਗੱਦੀ ਗੁਰਤਾ ਗੱਦੀ, ਕਿ ਜਾਂ ਸੇਵਕ ਨੇ ਪ੍ਰਾਪਤ ਕੀਤੀ ਹੈ। ਤਖਤ ਬੈਸ ਕਿਸ ਗੁਰਤਾ ਆਈ। ਭਾਈ ਤਖਤ ਤੇ ਬੈਠ ਕੇ ਗੁਰਤਾ ਗੱਦੀ ਕਿਹਦੇ ਕੋਲ ਆਈ ਹੈ ਜੀ ਦੱਸੋ। ਦੋਹਰਾ ਕਹਿ ਬਾਲਾ ਅੰਗਦ ਗੁਰੂ ਜਿਹ ਸ੍ਰੀ ਨਾਨਕ ਆਪ। ਤੋ ਕਹਿਣ ਲੱਗੇ ਨੇ ਭਾਈ ਬਾਲਾ ਜੀ ਕਹਿੰਦੇ ਨੇ ਕਿ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਆਪ ਜੋ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਿਆਈ ਬਖਸ਼ਿਸ਼ ਕੀਤੀ ਹੈ। ਪੈਸੇ ਪੰਚ ਨਲੇਰ ਧਰ ਸਿਰ ਨਵਾਏ ਦੀਏ ਥਾਪ। 5 ਪੈਸੇ ਨਾਰੀਅਲ ਲੈ ਕਰਕੇ ਤੇ ਗੁਰੂ ਅੰਗਦ ਦੇਵ ਸਾਹਿਬ ਨੂੰ ਸੀਸ ਨਵਾ ਕਰਕੇ ਗੁਰਤਾ ਦੀ ਨਿਸ਼ਾਨੀ ਬਖਸ਼ ਕਰਕੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ ਆਪ ਸਤਿਗੁਰਾਂ ਨੇ। ਚੌਪਈ ਤਿਨ ਕੀ ਸਮਤਾ ਹੋਵਹਿ ਕੈਸੇ। ਇਸ ਵਾਸਤੇ ਹੁਣ ਜਿਹਨੂੰ ਸੋ ਹੁੰਦੇ ਪ੍ਰਤੱਖ ਗੁਰੂ ਜੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਜਿਹਨਾਂ ਨੂੰ ਸੋ ਪ੍ਰਤੱਖ ਹੁੰਦਿਆਂ ਗੁਰਿਆਈ ਬਖਸ਼ ਦਿੱਤੀ ਹੈ ਉਹਦੀ ਬਰਾਬਰੀ ਫਿਰ ਕੌਣ ਕਰ ਸਕਦਾ ਹੈ। ਥਾਪਿਓ ਗੁਰੂ ਨਾਨਕ ਜਬ ਐਸੇ। ਜਦੋਂ ਇਸ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪ ਆਪਣੇ ਹੱਥੀਂ ਸੋ ਆਪ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸੋ ਆਪ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਹੈ। ਖੋਜ ਲਿਓ ਹਮ ਗੁਰਮਤਿ ਧੀਰਾ। ਅਸੀਂ ਖੋਜ ਲਿਆ ਹੈ, ਭਾਲ ਕੇ ਪਰਖ ਕਰ ਲਈ ਹੈ ਤੇ ਧੀਰਜ ਧਾਰੀ ਗੁਰੂ ਦੀ ਮਤ ਧਾਰਨ ਵਾਲੇ ਹਨ। ਜਿਉ ਖਨਵਾਰੀ ਪਾਵਹਿ ਹੀਰਾ। ਅਸੀਂ ਤਾਂ ਇਸ ਤਰ੍ਹਾਂ ਖੋਜ ਕੀਤੀ ਹੈ ਜਿਵੇਂ ਕੋਈ ਖਨਵਾਰਾ ਖਨ, ਜਿਵੇਂ ਕੋਈ ਖਾਣ ਪੁੱਟਣ ਵਾਲਾ, ਸੋ ਇਸ ਪ੍ਰਕਾਰ ਸੋ ਜਾ ਕਰਕੇ ਖੋਜ ਕਰਕੇ ਖਨਵਾਰਾ ਜਿਵੇਂ ਕੋਈ ਹੀਰਾ ਲੱਭ ਲੈਂਦਾ ਹੈ, ਇਵੇਂ ਅਸੀਂ ਗੁਰੂ ਨੂੰ ਖੋਜ ਕੇ ਲੱਭਿਆ ਹੈ, ਭਾਲਿਆ ਹੈ, ਪਰਖਿਆ ਹੈ। ਸ੍ਰੀ ਚੰਦ ਗੁਰ ਸੰਤਤ ਜਾਣੇ। ਤੋ ਜਾਣਦੇ ਹਨ ਕਿ ਸ੍ਰੀ ਚੰਦ ਜੀ ਗੁਰੂ ਦੀ ਸੰਤਾਨ ਕਰਕੇ ਜਾਣੇ ਜਾਂਦੇ ਹਨ। ਮਨ ਹੈ ਮਾਨਵ ਮਨ ਅਨਮਾਨੇ। ਅੰਦਾਜ਼ਾ ਕਰਕੇ ਮਨ ਵਿੱਚ ਨਿਸ਼ਚਾ ਕਰਕੇ ਤੋ ਸੰਗਤਾਂ ਗੁਰੂ ਦੀ ਅੰਸ਼ ਜਾਣ ਕਰਕੇ ਸ੍ਰੀ ਚੰਦ ਜੀ ਨੂੰ ਗੁਰੂ ਦੀ ਸੰਤਾਨ ਮੰਨਦੇ ਹਨ। ਗੁਰ ਅੰਗਦ ਕੋ ਗੁਰਤਾ ਦਏ। ਧੰਨ ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ ਹੈ। ਕਿਦੋਂ ਦੁਤੀਏ ਨਾਨਕ ਪ੍ਰਗਟੇ। ਕਹਿੰਦੇ ਨੇ ਇਉਂ ਸਮਝੋ ਅਥਵਾ ਦੂਸਰੇ ਗੁਰੂ ਨਾਨਕ ਹੀ ਪ੍ਰਗਟ ਹੋ ਗਏ ਹਨ। ਸੋ ਗੁਰੂ ਅੰਗਦ ਦੇਵ ਸਾਹਿਬ ਗੁਰੂ ਨਾਨਕ ਸਾਹਿਬ ਦਾ ਹੀ ਰੂਪ ਹਨ। ਸੁਨ ਕਰ ਲਾਲੂ ਗਿਰਾ ਅਲਾਈ। ਤੋ ਲਾਲੂ ਜੀ ਨੇ ਇਉਂ ਸੁਣ ਕਰਕੇ ਫਿਰ ਬਚਨ ਕੀਤਾ। ਖੋਜਿਓ ਜੇ ਪਤਰੀ ਹੋਏ ਭਾਈ। ਕਹਿੰਦੇ ਭਾਈ ਤੁਸੀਂ ਇੰਜ ਕਰੋ ਫਿਰ ਖੋਜ ਕੇ ਦੇਖ ਲਓ, ਜੇ ਘਰ ਵਿੱਚੋਂ ਮਿਲ ਜਾਵੇ ਉਹ ਕਾਗਜ਼ ਤਾਂ ਕਾਗਰ ਲੇਖੇ ਕੇ ਇੱਕ ਥਾਈ। ਜਿੰਨੇ ਵੀ ਹਿਸਾਬ ਕਿਤਾਬ ਲੇਖੇ ਦੇ ਕਾਗਜ਼ ਹਨ ਉਹ ਇੱਕ ਥਾਂ ਤੇ ਸੰਭਾਲੇ ਹੋਏ ਹਨ ਘਰ ਵਿੱਚ। ਬਹੁ ਮਹਿ ਮਿਲੀ ਨਾ ਜਾਣੀ ਜਾਈ। ਤੋ ਕਾਗਜ਼ ਬਹੁਤ ਨੇ, ਉਹਨਾਂ ਵਿੱਚ ਮਿਲੀ ਹੋਏਗੀ ਪਰ ਮੈਂ ਜਾਣ ਨਹੀਂ ਸਕਦਾ, ਜਾਣੀ ਨਹੀਂ ਜਾ ਸਕਦੀ ਕਿੱਥੇ ਹੋਵੇਗੀ। ਦੋਹਰਾ ਕਹਿ ਬਾਲਾ ਲਾਲੂ ਸੁਨਹੁ। ਭਾਈ ਬਾਲਾ ਜੀ ਕਹਿੰਦੇ ਚਾਚਾ ਲਾਲੂ ਜੀ ਸਰਵਣ ਕਰੋ। ਤੂੰ ਕਾਲੂ ਕੋ ਭਰਾਤ। ਤੁਸੀਂ ਮਹਿਤਾ ਕਲਿਆਣ ਚੰਦ ਜੀ ਦੇ ਛੋਟੇ ਭਰਾਤਾ ਹੋ। ਜਨਨ ਜਨਕ ਨਾਨਕ ਨਾਹਿਨ। ਕਿਉਂਕਿ ਸਾਹਿਬ ਗੁਰੂ ਨਾਨਕ ਸਾਹਿਬ ਦੇ
ਮਾਤਾ ਤੇ ਪਿਤਾ ਜੀ ਹੁਣ ਨਹੀਂ ਹਨ ਸਰੀਰ ਕਰਕੇ। ਤੁਮ ਤੇ ਅਬਹਿ ਅਗਾਤ, ਹੁਣ ਤੁਹਾਡੇ ਕੋਲੋਂ ਹੀ ਸਾਨੂੰ ਅਗਾਤ ਪ੍ਰਾਪਤ ਹੋਵੇਗੀ ਪਤਰੀ ਉਹ। ਚਉਪਈ ਤੁਮ ਬਿਨ ਕੌਣ ਕਰੇ ਹਮ ਕੰਮ, ਇਹ ਸਾਡਾ ਕੰਮ ਤੁਹਾਡੇ ਤੋਂ ਬਿਨਾਂ ਕੌਣ ਕਰੇਗਾ ਹੁਣ ਦੱਸੋ। ਭਾਵ ਪਤਰੀ ਉਠ ਖੋਜੋ ਧਾਮਾ, ਇਸ ਵਾਸਤੇ ਤੁਸੀਂ ਉਦਮ ਕਰੋ, ਆਪਣੇ ਘਰ ਵਿੱਚ ਖੋਜ ਕਰੋ ਇਸ ਤਰ੍ਹਾਂ ਦੇ ਨਾਲ। ਬਾਲੇ ਕੀ ਸੁਨ ਗਿਰਾ ਰਸਾਲੂ, ਸੋਹਣੀ ਸੁੰਦਰ ਮਿੱਠੀ ਬਾਣੀ ਸੁਣ ਕੇ ਭਾਈ ਬਾਲਾ ਜੀ ਦੀ ਤਾਂ ਕਾਗਰ ਗ੍ਰਹਿ ਖੋਜਤ ਭਾ ਲਾਲੂ, ਚਾਚਾ ਲਾਲੂ ਜੀ ਨਾਲ ਹੋ ਕੇ ਤੋ ਘਰ ਦੇ ਵਿੱਚ ਫਿਰ ਕਾਗਜ਼ਾਂ ਨੂੰ ਇਸ ਪ੍ਰਕਾਰ ਖੋਜਣਾ ਸ਼ੁਰੂ ਕੀਤਾ ਹੈ। ਖੋਜਤ ਖੋਜਤ ਪਤਰੀ ਜਬ ਹੀ, ਜਦੋਂ ਖੋਜਦਿਆਂ ਇਸ ਪ੍ਰਕਾਰ ਉਹ ਜਿਹੜੀ ਜਨਮ ਪੱਤਰਕਾ ਸੀ, ਦਿਵਸ ਪੰਜਵੇਂ ਪਾਈ ਤਬ ਹੀ, ਤਾਂ ਕਹਿੰਦੇ ਪੰਜਵੇਂ ਦਿਨ ਜਾ ਕਰਕੇ ਸੋ ਉਹ ਜਿਹੜਾ ਕਾਗਜ਼ ਸੀ ਉਹ ਮਿਲ ਗਿਆ। ਭਾਵ ਕਿਉਂਕਿ ਮਹਿਤਾ ਕਲਿਆਣ ਚ ਪਟਵਾਰੀ ਸਨ, ਘਰ ਦਾ ਲੇਖਾ ਹਿਸਾਬ ਕਿਤਾਬ ਕਾਗਜ਼ ਬਹੁਤ ਸਨ। 5 ਦਿਨ ਦੀ ਪੜਚੋਲ ਕਰਨ ਤੋਂ ਬਾਅਦ ਉਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦਾ ਸਮਾਂ ਥਿਤ ਲਿਖਿਆ ਹੋਇਆ ਸੀ ਉਹ ਕਾਗਜ਼ ਜਿਹੜਾ 5ਵੇਂ ਦਿਨ ਮਿਲਿਆ ਹੈ। ਦੀਨੇ ਲਾਲੂ ਨੈ ਕਰ ਬਾਲਾ, ਤੋ ਕਹਿੰਦੇ ਨੇ ਸੋ ਇਸ ਪ੍ਰਕਾਰ ਸੋ ਚਾਚਾ ਲਾਲੂ ਜੀ ਨੇ ਉਹ ਫਿਰ ਬਾਲਾ ਜੀ ਨੂੰ ਫੜਾਈ, ਆਹ ਲਓ ਮਹਾਰਾਜ ਪੇ ਮਿਲ ਗਈ ਹੈ। ਤਾਹੇ ਦਈ ਕਰ ਪੰਨੂ ਲਾਲਾ, ਤੇ ਭਾਈ ਬਾਲਾ ਜੀ ਨੇ ਕਿਹਾ ਵੀ ਗੁਰੂ ਸਾਹਿਬਾਂ ਨੇ, ਗੁਰੂ ਅੰਗਦ ਦੇਵ ਸਾਹਿਬ ਨੇ ਪੰਨੂ ਲਾਲ ਨੂੰ ਭੇਜਿਆ ਹੈ, ਉਹਦੇ ਹੱਥ ਵਿੱਚ ਦਿੱਤੀ ਹੈ। ਚਉਪਈ ਲੈ ਪੰਨੂ ਪੁਨ ਬਚਨ ਉਚਾਰੇ, ਭਾਈ ਪੰਨੂ ਲਾਲ ਜੀ ਨੇ ਬਚਨ ਕੀਤੇ ਹਨ ਪੱਤਰੀ ਲੈ ਕੇ ਹੱਥ ਵਿੱਚ। ਬਾਲੇ ਚੱਲੀਏ ਸੰਗ ਹਮਾਰੇ, ਕਿਹਾ ਭਾਈ ਬਾਲਾ ਜੀ ਇੰਜ ਕਰੋ, ਤੁਸੀਂ ਮੈਨੂੰ ਨਾ ਇਹ ਕੰਮ ਸੌਂਪੋ, ਤੁਸੀਂ ਮੇਰੇ ਨਾਲ ਹੀ ਚੱਲੋ ਜੀ। ਫੇਰ ਹੈ ਗੁਰ ਉਰ ਹਰਖ ਅਪਾਰਾ, ਜਦੋਂ ਸਤਿਗੁਰੂ ਪਾਤਸ਼ਾਹ ਜੀ ਇਸ ਦਾ ਦਰਸ਼ਨ ਕਰਨਗੇ ਬਹੁਤ ਖੁਸ਼ੀ ਕਰਨਗੇ ਸਾਡੇ ਤੇ। ਪਰਮ ਪ੍ਰਸਿੱਧ ਹੈ ਪਰ ਉਪਕਾਰਾ, ਇਹ ਪਰਉਪਕਾਰ ਜਾਣ ਕੇ ਪ੍ਰਸਿੱਧ ਹੈ, ਬਹੁਤ ਹੀ ਖੁਸ਼ ਹੋਣ ਸਤਿਗੁਰੂ ਜੀ। ਸੁਨ ਸਰੋਨਨ ਮਨ ਮਹਿ ਅਨਮਾਨੀ, ਸੁਣ ਕਰਕੇ ਕੰਨਾਂ ਦੇ ਵਿੱਚ ਮਨ 'ਚ ਇਹ ਅਨੁਮਾਨ ਕੀਤਾ ਹੈ। ਬਾਨੀ ਭਨਤ ਸੁਖਨ ਮਮ ਸਾਨੀ, ਤੋ ਕਿਹਾ ਵੀ ਇਹ ਤਾਂ ਸੋ ਇਸ ਪ੍ਰਕਾਰ ਬੜੀ ਸੁਖ ਦੇਣ ਵਾਲੀ ਮੇਰੇ ਵਾਸਤੇ ਬਾਣੀ ਕਹੀ ਹੈ। ਗਵਨੇ ਜੁਗਲ ਸੰਗ ਮਗ ਮਾਹੀ, ਦੋਨੋਂ ਹੀ ਸੰਗ ਹੋ ਕੇ ਇੱਕ ਦੂਜੇ ਦੇ ਰਸਤੇ ਵਿੱਚ ਤੁਰ ਪਏ ਹਨ ਖਡੂਰ ਸਾਹਿਬ ਨੂੰ। ਬਾਲਾ ਪੁਨ ਪੰਨੂ ਦਿਸ ਤਾਹੀ, ਭਾਈ ਬਾਲਾ ਜੀ ਤੇ ਭਾਈ ਪੰਨੂ ਜੀ ਉਸ ਦਿਸ਼ਾ ਵੱਲ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਵੱਲ ਤੁਰ ਪਏ ਹਨ। ਦੋਹਰਾ ਲਾਲੂ ਚਲਤਿਓ ਮਿਲ ਤਬੈ ਪੈਸੇ ਪੰਜ ਨਲੇਰ, ਜਿਸ ਵੇਲੇ ਸੋ ਇਹ ਦੋਵੇਂ ਚੱਲੇ ਹਨ ਸੋ ਇਸ ਪ੍ਰਕਾਰ ਤਾਂ ਚਾਚਾ ਲਾਲੂ ਜੀ ਨੇ ਸੋ ਇਸ ਪ੍ਰਕਾਰ 5 ਪੈਸੇ ਤੇ ਨਾਰੀਅਲ ਜਿਹੜਾ ਸੀ ਆਪਣੀ ਵੱਲੋਂ ਗੁਰੂ ਸਾਹਿਬ ਦੀ ਭੇਟਾ ਲਈ ਇਹਨਾਂ ਨੂੰ ਦਿੱਤੀ ਹੈ। ਆਪਣੀ ਦਿਸ ਤੇ ਭੇਟ ਦੀ ਬੋਲਿਓ ਮੁਖ ਤੇ ਫੇਰ, ਆਪਣੀ ਦਿਸ਼ਾ ਤੋਂ ਇਹ ਭੇਟਾ ਗੁਰੂ ਸਾਹਿਬਾਂ ਵਾਸਤੇ ਭੇਜੀ ਹੈ, ਨਾਲੇ ਮੁਖ ਤੋਂ ਬਚਨ ਕੀਤਾ। ਚਉਪਈ ਹਮਰੀ ਦਿਸ ਤੇ ਦੇਹੋ ਸੰਦੇਸਾ, ਕਿਹਾ ਕਿ ਮੇਰੀ ਤਰਫੋਂ ਗੁਰੂ ਅੰਗਦ ਦੇਵ ਸਾਹਿਬ ਨੂੰ ਮੇਰਾ ਸੁਨੇਹਾ ਦੇਣਾ ਤੁਸੀਂ ਇਹ। ਸ੍ਰੀ ਅੰਗਦ ਜਿਸ ਦੋਸ ਨਾ ਲੇਸਾ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਵਿੱਚ ਲੇਸ ਮਾਤਰ ਵੀ ਕੋਈ ਦੋਸ਼ ਨਹੀਂ ਹੈ, ਉਹਨਾਂ ਨੂੰ ਮੇਰੀ ਬੇਨਤੀ ਕਰਨੀ ਹੈ। ਸ੍ਰੀ ਚੰਦ ਜੇ ਰਿਸ ਕੋ ਧਰੈ, ਸ੍ਰੀ ਚੰਦ ਜੀ ਦਾ ਸੁਭਾਅ ਜਿਹੜਾ ਹੈ ਇਸ ਪ੍ਰਕਾਰ ਤੇਜ ਹੈ, ਜੇ ਕਿਤੇ ਨਾਰਾਜ਼ ਹੋ ਕਰਕੇ ਕੋਈ ਬਚਨ ਕਰ ਵੀ ਦੇਣ ਤਾਂ ਸਿਮਾ ਧਰਤ ਜਿਉ ਤਿਹ ਪਰ ਕਰੈ, ਤੇ ਗੁਰੂ ਅੰਗਦ ਦੇਵ ਸਾਹਿਬ ਨੂੰ ਬੇਨਤੀ ਕਰਨੀ ਮੇਰੇ ਵੱਲੋਂ ਕਿ ਧਰਤੀ ਵਾਂਗੂ ਉਹਨਾਂ ਤੇ ਖਿਮਾ ਹੀ ਧਾਰਨ ਕਰਨੀ ਹੈ ਤੁਸਾਂ। ਬਾਲੇ ਬਹੁਰ ਬਚਨ ਉਚਾਰਾ, ਭਾਈ ਬਾਲਾ ਜੀ ਨੇ ਫਿਰ ਬਚਨ ਕੀਤਾ ਹੈ। ਸ੍ਰੀ ਅੰਗਦ ਨਾਨਕ ਅਵਤਾਰਾ, ਇਹ ਧੰਨ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਤਾਂ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਹੀ ਅਵਤਾਰ ਹਨ। ਪੰਚ ਦੋਖ ਨਹਿ ਤਿਨ ਮਹਿ ਪਾਵਹਿ, ਕਿਉਂਕਿ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ 5 ਦੋਸ਼ ਨਹੀਂ ਹਨ। ਸੋ ਇਸ ਪ੍ਰਕਾਰ ਕਾਮ ਕ੍ਰੋਧ ਲੋਭ ਅਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਕੋਈ ਵੀ ਦੋਸ਼ ਉਹਨਾਂ ਵਿੱਚ ਨਹੀਂ ਹੈ। ਨਿਕਟ ਤਰਨ ਜਿਉ ਤਿਮਰ ਨਾ ਆਵਹਿ, ਉਹ ਤਾਂ ਇੰਜ ਹੈ
ਜਿਸ ਤਰ੍ਹਾਂ ਸੂਰਜ ਦੇ ਨੇੜੇ ਕਦੇ ਹਨੇਰਾ ਹੀ ਨਹੀਂ ਜਾਂਦਾ ਹੈ। ਸਮ ਦਮ ਸੋ ਤਨ ਗਿਆਨ ਸੁਹਾਵ ਹੈ। ਤੇ ਮੇਰੇ ਸਤਿਗੁਰੂ ਪਾਤਸ਼ਾਹ ਐਸਾ ਗਿਆਨ ਦਾ ਸਰੂਪ ਨੇ ਸੋ ਜੋ ਸਮਦਮ ਸਾਧਨਾ ਦੇ ਸਮੇਤ ਹਨ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਇਹਨਾਂ ਦਾ ਵੇਰਵਾ ਸਾਨੂੰ ਮਿਲਦਾ ਛੋਟੇ ਗ੍ਰੰਥਾਂ ਦੇ ਵਿੱਚ। ਸਮਦਮ ਸੋ ਇਸ ਪ੍ਰਕਾਰ ਸਮਦਮ ਸਰਦਾ ਤੀਸਰੀ ਸਮਾਧਾਨ ਉਪਰਾਮ ਛਟੀ ਤੇ ਤਿਸਿਆ ਜਾਣੀਏ ਭਿੰਨ ਭਿੰਨ ਜੇ ਦਾ। ਜੋ ਗਿਆਨ ਪ੍ਰਾਪਤੀ ਦੇ ਚਾਰ ਵੱਡੇ ਸਾਧਨ ਵਿਦਾਂਤ ਵਿੱਚ ਮੰਨੇ ਗਏ ਨੇ, ਵੈਰਾਗ, ਵਿਵੇਕ, ਖੜ ਸੰਪत्ति ਤੇ ਮੋਖ ਇੱਛਾ, ਇਹ ਚਾਰ ਸਾਧਨ ਨੇ। ਇਹਨਾਂ ਵਿੱਚ ਜਿਹੜੀ ਖੜ ਸੰਪत्ति ਹੈ ਉਹਦੇ ਵਿੱਚ ਸਮਦਮ ਆਉਂਦੇ ਨੇ। ਸਮ ਹੈ ਮਨ ਦੀਆਂ ਵਾਸ਼ਨਾ ਰੋਕਣਾ ਤੇ ਦਮ ਹੈ ਇੰਦਰੀਆਂ ਨੂੰ ਦਮਨ ਕਰਨਾ, ਇਸ ਪ੍ਰਕਾਰ ਵਿਸ਼ਿਆਂ ਵੱਲੋਂ ਰੋਕਣਾ। ਤੋ ਇਹ ਕਹਿੰਦੇ ਗਿਆਨ ਦਾ ਸਰੂਪ ਤੇ ਸਮਦਮ ਸਾਧਨਾ ਦੇ ਸੰਪੰਨ ਹਨ ਗੁਰੂ ਅੰਗਦ ਦੇਵ ਸਾਹਿਬ ਜੀ। ਆਤ ਭਗਤ ਜਗਤ ਬਿਦਤਾਵ ਹੈ। ਤੇ ਸਤਿਗੁਰੂ ਜੀ ਸੋ ਭਗਤੀ ਰੂਪ ਧੁੱਪ ਦਾ ਪ੍ਰਕਾਸ਼ ਕਰ ਰਹੇ ਨੇ ਦੁਨੀਆ ਵਿੱਚ। ਪੱਤਰੀ ਲੀਏ ਚੱਲੇ ਤਤਕਾਲਾ। ਝਟਪਟ ਉਹ ਪੱਤਰ ਕਾ ਲੈ ਕਰਕੇ ਇਹ ਦੋਨੋਂ ਹੀ ਸਿੱਖ ਚੱਲ ਪਏ ਹਨ। ਜਹ ਖਡੂਰ ਮਹਿ ਗੁਰੂ ਕਿਰਪਾਲਾ। ਜਿੱਥੇ ਖਡੂਰ ਸਾਹਿਬ ਵਿੱਚ ਕਿਰਪਾਲੂ ਗੁਰੂ ਅੰਗਦ ਦੇਵ ਸਾਹਿਬ ਜੀ ਸੋਭਨੀਕ ਸਨ, ਉਧਰ ਚੱਲ ਪਏ ਹਨ। ਦੋਹਰਾ ਬੈਸੇ ਅੰਗਦ ਰਾਜ ਹੀ। ਤੋ ਫੱਬ ਰਹੇ ਨੇ ਬੈਠੇ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਗੁਰਤਾ ਪਦ ਤੇ। ਬੰਦੇ ਪਦ ਅਰਬਿੰਦ। ਦੋਨਾਂ ਨੇ ਆਣ ਕੇ ਚਰਨ ਕਮਲਾਂ ਤੇ ਆ ਕੇ ਨਮਸਕਾਰ ਕੀਤੀ ਹੈ। ਹਿਰਦੇ ਪ੍ਰਸਿੱਧੇ ਸਤਿਗੁਰੂ। ਸਤਿਗੁਰੂ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ ਨੇ ਹਿਰਦੇ ਵਿੱਚ। ਰਹਿ ਚਿਤ ਗੋਬਿੰਦ। ਤੇ ਬਚਨ ਕੀਤਾ ਵੀ ਤੁਹਾਨੂੰ ਗੋਬਿੰਦ ਪਰਮੇਸ਼ਰ ਚਿਤ ਰਵੇ, ਹਮੇਸ਼ਾ ਸਦਾ ਹੀ ਯਾਦ ਰਵੇ ਵਾਹਿਗੁਰੂ। ਚਉਪਈ ਖੁਸ਼ੀ ਬਹੁਤ ਬਾਲੇ ਪਰ ਕੀਨੀ। ਤਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਭਾਈ ਬਾਲਾ ਜੀ ਤੇ ਬਹੁਤ ਖੁਸ਼ੀ ਕੀਤੀ ਹੈ। ਪੁੰਨ ਪੱਤਰੀ ਆਪਣੇ ਕਰ ਲੀਨੀ। ਫੇਰ ਪੱਤਰਕਾ ਇਹਨਾਂ ਕੋਲੋਂ ਆਪਣੇ ਹੱਥ ਵਿੱਚ ਲਈ ਸਤਿਗੁਰਾਂ ਨੇ। ਸਾਦਰ ਸੋ ਨਿਜ ਸੀਸ ਚੜਾਈ। ਸਤਕਾਰ ਦੇ ਸਹਿਤ ਸੋ ਨਮਸਕਾਰ ਕੀਤੀ ਹੈ, ਸਿਰ ਤੇ ਰੱਖੀ ਹੈ ਵੀ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਲਿਖਤ ਮਿਲੀ ਹੈ। ਇਹੋ ਜਾਣ ਕੇ ਭਾਉ ਬਹੁਤ ਕਰ ਉਰ ਮਹਿਲਾਈ। ਤੋ ਬਹੁਤ ਪ੍ਰੇਮ ਕਰਕੇ ਫਿਰ ਹਿਰਦੇ ਨਾਲ ਛਾਤੀ ਨਾਲ ਲਾਈ ਹੈ। ਦਰਸ਼ਨ ਤੁਮ ਕਰਵਾਇਓ ਗੁਰ ਕਾ। ਤੇ ਬਚਨ ਕੀਤਾ ਭਾਈ ਬਾਲਾ ਜੀ ਤੁਸਾਂ ਨੇ ਇਹ ਪਰਉਪਕਾਰ ਕਰਕੇ ਸਾਨੂੰ ਗੁਰੂ ਸਾਹਿਬਾਂ ਦਾ ਦਰਸ਼ਨ ਕਰਵਾ ਦਿੱਤਾ। ਇਤਨੀ ਖੁਸ਼ੀ ਕੀਤੀ ਹੈ। ਜਿਸ ਤੇ ਭ੍ਰਮ ਭਾਗਿਓ ਹੈ ਉਰ ਕਾ। ਜਿਸ ਕਰਕੇ ਮਨ ਵਿੱਚ ਜਿਹੜਾ ਭਰਮ ਸੀ, ਭੁਲੇਖਾ ਸੀ, ਪਤਾ ਨਹੀਂ ਗੁਰੂ ਮਹਾਰਾਜ ਦਾ ਸਮਾਂ ਜਿਹੜਾ ਹੈ ਸੋ ਅਵਤਾਰ ਧਾਰਨ ਦਾ ਕੋਈ ਪਤਾ ਲੱਗੂ ਕਿ ਨਹੀਂ, ਹੁਣ ਉਹ ਭਰਮ ਦੂਰ ਹੋ ਗਿਆ ਹੈ। ਸਹਸਕ੍ਰਿਤ ਅਛਰ ਜਬ ਚੀਨੇ। ਜਦੋਂ ਉਹ ਪੱਤਰਕਾ ਖੋਲ ਕੇ ਦੇਖਿਆ ਤੇ ਉਹਦੇ ਵਿੱਚ ਸੰਸਕ੍ਰਿਤ ਲਿਖੀ ਹੋਈ ਸੀ, ਅੱਖਰ ਸੰਸਕ੍ਰਿਤ ਦੇ ਦੇਖ ਕਰਕੇ। ਤਬ ਅੰਗਦ ਜੀ ਬਚਨ ਸੋ ਕੀਨੇ। ਤਦੋਂ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਬਚਨ ਕੀਤਾ ਹੈ। ਇਨ ਅਛਰਨ ਕੋ ਜੋ ਜਾਣੈ। ਕਹਿੰਦੇ ਹੁਣ ਲੋੜ ਹੈ ਜਿਹੜਾ ਇਹ ਸੰਸਕ੍ਰਿਤ ਅੱਖਰਾਂ ਨੂੰ ਜਾਣਦਾ ਹੋਵੇ, ਪੜ੍ਹਨਾ ਸੁਣਨਾ। ਸੋ ਜਾ ਕੋ ਪੜ ਅਰਥ ਬਖਾਨੈ। ਤੇ ਜਿਹੜਾ ਇਹਨਾਂ ਨੂੰ ਪੜ੍ਹ ਕੇ ਇਸ ਦੇ ਸਾਨੂੰ ਅਰਥ ਦੱਸੇ ਤਾਂ ਸਾਨੂੰ ਖੁਸ਼ੀ ਪੂਰੀ ਹੋਊਗੀ। ਗੁਰਮੁਖੀ ਚਾਹੀਏ ਕਰਵਾਈ। ਇਸ ਵਾਸਤੇ ਸੰਸਕ੍ਰਿਤ ਤੋਂ ਜ਼ਰੂਰਤ ਹੈ ਕਿ ਗੁਰਮੁਖੀ ਅੱਖਰਾਂ ਵਿੱਚ ਇਸ ਨੂੰ ਲਿਖਿਆ ਜਾਵੇ। ਪੜ੍ਹੈ ਸੁਨਹਿ ਸਿੱਖ ਗੁਰਮਤਿ ਪਾਈ। ਜਿਹੜਾ ਵੀ ਸਿੱਖ ਪੜ੍ਹੇਗਾ ਤੇ ਸੁਣੇਗਾ ਉਹ ਗੁਰੂ ਦੀ ਮੱਤ ਨੂੰ, ਸਿੱਖਿਆ ਨੂੰ ਪ੍ਰਾਪਤ ਹੋਵੇਗਾ। ਸੋਰਠਾ ਸਤਿਗੁਰ ਕਿਰਪਾ ਨਿਧਾਨ। ਧੰਨ ਸਤਿਗੁਰੂ ਮਹਾਰਾਜ ਜੋ ਕਿਰਪਾ ਦੇ ਖਜ਼ਾਨੇ ਹਨ। ਸ੍ਰੀ ਨਾਨਕ ਜਗ ਬਿਦਤ ਜਬ। ਜਦੋਂ ਸਾਹਿਬ ਗੁਰੂ ਨਾਨਕ ਸਾਹਿਬ ਜਗਤ ਵਿੱਚ ਬਿਦਤ ਪ੍ਰਗਟ ਹੋਏ। ਸੰਗਤ ਕੀਨ ਮਹਾਨ। ਬਹੁਤ ਭਾਰੀ ਮਹਰ ਨੇ ਸੰਗਤ ਕੀਤੀ ਹੈ, ਪਰਮੇਸ਼ਵਰ ਦੇ ਨਾਲ ਜੋੜੀ ਹੈ। ਜਾਨੀ ਵਿਦਿਆ ਬਰਨ ਤਬ। ਤਾਂ ਕਹਿੰਦੇ ਉਸ ਵੇਲੇ ਸੋ ਇਹਨਾਂ ਅੱਖਰਾਂ ਦੀ ਵਿਦਿਆ, ਗੁਰਮੁਖੀ ਅੱਖਰਾਂ ਦੀ ਜਾਣ ਲਈ ਸੀ। ਦੋਹਰਾ ਮਹਿਮਾ ਖਹਿਰਾ ਜੱਟ ਇੱਕ। ਤਾਂ ਉੱਥੇ ਗੁਰੂ ਚਰਨਾਂ ਵਿੱਚ ਸੋ ਕਹਿੰਦੇ ਇਹ ਖਡੂਰ ਸਾਹਿਬ ਦੇ ਵਿੱਚ ਇਹ ਜਿਹੜੇ ਜੱਟ ਇਹਨਾਂ ਦੀ ਖਹਿਰਾ ਜਾਤ ਸੀ, ਗੋਤ ਸੀ। ਇਹ ਖਹਿਰਾ ਮਹਿਮਾ ਇੱਕ ਜੱਟ ਬੈਠਾ ਸੀ, ਉਸ ਨੇ ਬਚਨ ਕੀਤਾ। ਕਹਿ ਸ੍ਰੀ ਅੰਗਦ ਪਾਸ। ਸਾਹਿਬ ਗੁਰੂ ਅੰਗਦ ਦੇਵ ਸਾਹਿਬ ਦੇ ਪਾਸ ਇਸ ਨੇ ਬੇਨਤੀ ਕੀਤੀ ਹੈ। ਪੈੜਾ ਮੋਖਾ ਖੱਤਰੀ। ਗਰੀਬ ਨਵਾਜ
ਇੱਕ ਪੈੜਾ ਮੁਖਾ ਨਾਮ ਦਾ ਖੱਤਰੀ ਹੈ। ਸੁਲਤਾਨਹਿਪੁਰ ਬਾਸ ਸ੍ਰੀ ਸੁਲਤਾਨਪੁਰ ਸਾਹਿਬ ਵਿੱਚ ਉਹਦਾ ਵਾਸਾ ਹੈ ਜੀ। ਚੌਪਈ ਅਛਰ ਜਾਣਤ ਹੈ ਵਹਿ ਦੋ। ਮਹਾਰਾਜ ਉਹ ਦੋਵੇਂ ਅੱਖਰ ਜਾਣਦਾ ਹੈ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਉੱਥੇ ਨਿਵਾਸ ਕੀਤਾ, ਸੰਸਕ੍ਰਿਤ ਪਹਿਲਾਂ ਪੜ੍ਹਿਆ ਹੋਇਆ ਸੀ ਤੇ ਗੁਰੂ ਸਾਹਿਬ ਤੋਂ ਗੁਰਮੁਖੀ ਅੱਖਰ ਉਹਨੇ ਲਿਖਣੇ ਸਿੱਖ ਲਏ ਸਨ, ਪੜ੍ਹਨੇ ਲਿਖਣੇ। ਪੜ੍ਹ ਲਿਖ ਹੈ ਬੁਲਵਾਈਏ ਸੋ। ਉਹ ਦੋਨੋਂ ਹੀ ਅੱਖਰਾਂ ਨੂੰ ਪੜ੍ਹ ਲਿਖ ਸਕਦਾ ਹੈ ਮਹਾਰਾਜ, ਤੇ ਤੁਸੀਂ ਕਿਰਪਾ ਕਰਕੇ ਉਸ ਪ੍ਰੇਮੀ ਨੂੰ ਬੁਲਾ ਲਵੋ ਜੀ। ਸ੍ਰੀ ਅੰਗਦ ਕਹੈ ਤੁਮ ਹੀ ਜਾਵਹੋ। ਤੇ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਭਾਈ ਤੂੰ ਮਹਿਮਾ ਤੂੰ ਜਾਣਦਾ ਹੈ, ਫਿਰ ਉਸ ਨੂੰ ਇਸ ਲਈ ਤੁਸੀਂ ਹੀ ਜਾਓ ਤੇ ਉਸ ਨੂੰ ਬੁਲਾ ਕੇ ਲਿਆਓ। ਕਰ ਸਤਕਾਰ ਤੁਰਤ ਲੈ ਆਵਹੋ। ਪੂਰਨ ਚੰਗਾ ਸਤਕਾਰ ਕਰਕੇ ਤੇ ਛੇਤੀ ਸਾਡੇ ਪਾਸ ਲਿਆਓ ਐਸੇ ਪ੍ਰੇਮੀ ਨੂੰ। ਮਹਿਮਾ ਪਹੁੰਚਿਓ ਤਾਹੇ ਅਵਾਸਾ। ਭਾਈ ਮਹਿਮਾ ਜੀ ਤੋਂ ਭਾਈ ਛੇਤੀ ਕਰਕੇ ਸੁਲਤਾਨਪੁਰ ਸਾਹਿਬ ਪੈੜੇ ਮੁਖੇ ਸਿੱਖ ਦੇ ਘਰ ਪਹੁੰਚ ਗਿਆ। ਆਨਿਓ ਜਸ ਪਦ ਸਤਿਗੁਰ ਪਾਸਾ। ਜਸਪਤ ਛੇਤੀ ਦੇ ਨਾਲ ਗੁਰੂ ਸਾਹਿਬ ਦੇ ਕੋਲ ਬੁਲਾ ਕੇ ਲੈ ਆਇਆ ਹੈ। ਪਰਿਓ ਚਰਨ ਗੁਰ ਆਗਿਆ ਦੀਨੀ। ਤੋ ਗੁਰੂ ਸਾਹਿਬ ਦੇ ਆਣ ਕੇ ਚਰਨੀ ਪਿਆ ਨਮਸਕਾਰ ਕੀਤੀ। ਗੁਰੂ ਸਾਹਿਬ ਨੇ ਆਗਿਆ ਕੀਤੀ ਇਸ ਦੇ ਤਾਈਂ। ਪੜ੍ਹੋ ਪਤਰਕਾ ਸੁਖ ਪਰਦ ਚੀਨੀ। ਤੋ ਇਹ ਅਸੀਂ ਜਾਣਿਆ ਬੜੀ ਸੁਖ ਦੇਣ ਵਾਲੀ ਇਹ ਪਤਰਕਾ ਹੈ। ਭਾਈ ਪ੍ਰੇਮੀ ਇਸ ਨੂੰ ਪੜ੍ਹੋ ਜੀ। ਚੌਪਈ ਕਰ ਮਹਿ ਲਈਏ ਪਤਰਕਾ ਬਾਚੀ। ਤਾਂ ਕਹਿੰਦੇ ਹੱਥ ਵਿੱਚ ਲੈ ਕਰਕੇ ਇਸ ਪੈੜੇ ਮੁਖੇ ਸਿੱਖ ਨੇ ਉਸ ਪੱਤਰਕਾ ਨੂੰ ਵਾਚਿਆ ਹੈ, ਪੜ੍ਹਿਆ ਹੈ। ਜਨ ਬਾਣੀ ਰਸਨਾ ਪਰ ਨਾਚੀ। ਤੇ ਮਾਨੋ ਉਸ ਨੂੰ ਪੜ੍ਹ ਕਰਕੇ ਤੋ ਬਾਣੀ ਹੀ ਰਸਨਾ ਤੇ ਉਸ ਦੇ ਨੱਚੀ ਭਾਵ ਬੋਲਿਆ ਕਹਿਣ ਲੱਗਾ ਹੈ। ਸੁਨ ਕਰ ਖੁਸ਼ੀ ਕਰੀ ਤਿਹ ਸਿੱਖ ਪਰ। ਸੁਣ ਕਰਕੇ ਸਾਹਿਬ ਗੁਰੂ ਮਹਾਰਾਜ ਨੇ ਬਹੁਤ ਖੁਸ਼ੀ ਕੀਤੀ ਉਸ ਸਿੱਖ ਦੇ ਉੱਤੇ। ਗੁਰਮੁਖੀ ਲਿਖੀਏ ਇਹ ਅੱਖਰ। ਤੋ ਮਹਾਰਾਜ ਨੇ ਹੁਕਮ ਕੀਤਾ ਇਹਨਾਂ ਅੱਖਰਾਂ ਨੂੰ ਭਾਈ ਸਾਨੂੰ ਗੁਰਮੁਖੀ ਵਿੱਚ ਲਿਖ ਦੇ ਤੂੰ। ਕਹਿ ਕਰ ਕਾਗਰ ਲੀਨ ਮਗਾਈ। ਝੱਟ ਕਾਗਜ਼ ਮੰਗਾ ਲਿਆ ਹੈ ਉਸ ਵੇਲੇ। ਸ੍ਰੀ ਅੰਗਦ ਸਭ ਹੀ ਲਿਖਵਾਈ। ਸਾਹਿਬ ਗੁਰੂ ਅੰਗਦ ਦੇਵ ਸਾਹਿਬ ਨੇ ਉਹ ਗੁਰਮੁਖੀ ਅੱਖਰਾਂ ਵਿੱਚ ਲਿਖਵਾਇਆ ਹੈ ਸਾਰਾ। ਆਸਨ ਡਾਰ ਅਸੀਂ ਨਹਿ ਦਇਆਲਾ। ਮੇਰੇ ਸਤਿਗੁਰੂ ਜੀ ਆਸਨ ਵਿਛਾ ਕਰਕੇ ਉਸ ਦੇ ਉੱਪਰ ਬੈਠ ਗਏ ਹਨ। ਆਨ ਸੁਨਹਿ ਤਹ ਸਿੱਖ ਬਿਸਾਲਾ। ਤਾਂ ਉੱਥੇ ਬਹੁਤ ਸਾਰੇ ਸਿੱਖ ਆਣ ਕਰਕੇ ਫਿਰ ਸੁਣਦੇ ਨੇ ਸਾਹਿਬ ਗੁਰੂ ਨਾਨਕ ਸਾਹਿਬ ਦੇ ਜਸ ਨੂੰ। ਇੱਕ ਬੁੱਢਾ ਜੋ ਹੈ ਤਤ ਵੇਤਾ। ਕੌਣ ਕੌਣ ਸੁਣਦੇ ਨੇ? ਇੱਕ ਤੇ ਬਾਬਾ ਬੁੱਢਾ ਸਾਹਿਬ ਜੋ ਹੈ ਤਤ ਵੇਤੇ ਬ੍ਰਹਮ ਗਿਆਨੀ ਗੁਰੂ ਨਾਨਕ ਦੇ ਸਿੱਖ ਹਨ। ਮੋਹ ਆਦ ਜੋਦਾ ਅਤ ਜੇਤਾ। ਜਿਨ੍ਹਾਂ ਨੇ ਮੋਹ ਆਦਿਕ ਵੱਡਾ ਹੀ ਜਿਹੜਾ ਇਸ ਪ੍ਰਕਾਰ ਇਹ ਯੋਧਾ ਹੈ, ਇਸ ਨੂੰ ਜਿਹਨਾਂ ਨੇ ਜਿੱਤਿਆ ਹੋਇਆ ਹੈ। ਬਚਨ ਪਾਏ ਗੁਰ ਜੋ ਸਿਸ ਬੈਸਾ। ਤੋ ਗੁਰੂ ਨਾਨਕ ਸਾਹਿਬ ਦਾ ਛਿਸ ਬੈਸਾ ਬਾਲ ਅਵਸਥਾ ਵਿੱਚ ਹੀ ਬਚਨ ਪਾ ਕਰਕੇ ਇਹਨਾਂ ਨੇ ਭਇਓ ਪਰਮ ਬ੍ਰਿਦਨ ਤਨ ਜੈਸਾ। ਬੁੱਢਿਆਂ ਵਰਗਾ ਸਰੀਰ ਹੋ ਗਿਆ ਸੀ। ਗੁਰੂ ਨਾਨਕ ਸਾਹਿਬ ਨੇ ਬਚਨ ਕਰ ਦਿੱਤਾ ਸੀ, ਕਹਿੰਦਾ ਤੇਰਾ ਨਾਂ ਕਿ ਬੂੜਾ ਮਾਰ ਕੇ ਤੇ ਬੁੱਢਿਆਂ ਵਾਲੀ ਗੱਲ ਕਰਦਾ ਹੈ। ਉਦੋਂ ਹੀ ਬਜ਼ੁਰਗ ਸਰੀਰ ਬਣਾਤਾ ਸੀ ਇਸ ਦਾ। ਖਟ ਪਾਤ ਸਾਹੀ ਰਹਿਓ ਹਦੂਰਾ। ਤੇ ਫਿਰ 6ਵੀਂ ਪਾਤਸ਼ਾਹੀ ਤੱਕ ਇਹ ਗੁਰੂਆਂ ਦੀ ਹਜ਼ੂਰੀ ਵਿੱਚ ਰਹੇ ਹਨ ਬਾਬਾ ਬੁੱਢਾ ਸਾਹਿਬ ਜੀ। ਨਪੁੰਨ ਸੇਵ ਮਹਿ ਬਚਨਨ ਪੂਰਾ। ਬਚਨਾਂ ਦੇ ਪੂਰੇ ਨੇ ਤੇ ਸੇਵਾ ਵਿੱਚ ਵੀ ਨਿਪੁੰਨ ਹਨ ਹਰ ਪ੍ਰਕਾਰ ਕਰਕੇ। ਸੋ ਸਰੋਤਾ ਬੈਸਿਓ ਮਤ ਧੀਰਾ। ਬੜੇ ਧੀਰਜ ਧਾਰੀ ਮਤ ਵਾਲੇ ਬਾਬਾ ਬੁੱਢਾ ਸਾਹਿਬ ਜੀ ਸੁਣਨ ਵਾਸਤੇ ਬੈਠੇ ਨੇ। ਸੋ ਗੁਰੂ ਸਾਹਿਬ ਦੇ ਚਰਨਾਂ ਵਿੱਚ ਗੁਰੂ ਨਾਨਕ ਦਾ ਇਤਿਹਾਸ ਸੁਣਦੇ ਹਨ। ਸੁਨਨ ਕਥਾ ਜੋ ਹਰ ਹੈ ਰਹਿ ਭਵ ਪੀਰਾ। ਜੋ ਉਸ ਕਥਾ ਨੂੰ ਸੁਣਦੇ ਨੇ ਭਵ ਪੀਰਾ ਸੰਸਾਰ ਦੇ ਪੀੜ ਦੁੱਖ ਦਰਦ ਨੂੰ ਦੂਰ ਕਰਨ ਵਾਲੀ ਗੁਰੂ ਦੀ ਕਥਾ ਸੁਣਦੇ ਹਨ। ਅਮਰਦਾਸ ਤੇਜੋ ਕੇ ਨੰਦਨ। ਧੰਨ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਜੋ ਤੇਜੋ ਦੇ, ਸੋ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਤੇਜਭਾਨ। ਸੇਵੇ ਜਿਨ ਅੰਗਦ ਦੁਖ ਕੰਦਨ। ਜਿਨ੍ਹਾਂ ਨੇ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਸੇਵਾ ਕੀਤੀ, ਅਮਰਦਾਸ ਮਹਾਰਾਜ ਜੀ ਉਹ ਵੀ ਸੁਣਦੇ ਹਨ। ਗੁਰਤਾ ਪਾਈ ਜਿਨ ਪਸਚਾਤੀ। ਬਾਅਦ ਵਿੱਚ ਜਿਨ੍ਹਾਂ ਨੇ ਗੁਰੂ ਅੰਗਦ ਦੇਵ ਸਾਹਿਬ ਤੋਂ ਗੁਰਤਾ ਗੱਦੀ ਪ੍ਰਾਪਤ ਕੀਤੀ ਗੁਰੂ ਅਮਰਦਾਸ ਮਹਾਰਾਜ ਨੇ। ਸੁਨਤ ਭਏ ਸੋ ਕਥਾ ਸੁਹਾਤੀ। ਬੜੀ ਸੋਭਨੀਕ ਸੁੰਦਰ ਕਥਾ ਉਹਨਾਂ ਨੇ ਵੀ ਸੁਣੀ ਹੈ। ਪੁਨ ਗੁਰਮੁਖ ਇੱਕ ਜੀਵਾ ਭਾਈ। ਇੱਕ ਗੁਰਮੁਖ ਹੈ
ਜਿਹਦਾ ਨਾਮ ਭਾਈ ਜੀਵਾ ਜੀ ਹੈ। ਮਨ ਬਚ ਕਰਮ ਜਿਨ ਸੇਵ ਕਮਾਈ, ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਸਤਿਗੁਰਾਂ ਦੀ ਸੇਵਾ ਕੀਤੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ। ਸ੍ਰੀ ਅੰਗਦ ਹਿਤ ਭੋਜਨ ਤਿਆਰੀ, ਸਾਹਿਬ ਗੁਰੂ ਦੂਜੇ ਪਾਤਸ਼ਾਹ ਜੀ ਵਾਸਤੇ ਇਹ ਭੋਜਨ ਤਿਆਰ ਕਰਿਆ ਕਰਦੇ ਸਨ ਭਾਈ ਸਾਹਿਬ ਜੀ। ਕਰਤ ਪ੍ਰੀਤ ਸੋ ਰੁਚਰ ਸਵਾਰੀ, ਤੋ ਬੜੇ ਪ੍ਰੇਮ ਦੇ ਨਾਲ ਸੋਹਣੇ ਸੁੰਦਰ ਭੋਜਨ ਤਿਆਰ ਕਰਿਆ ਕਰਦੇ ਗੁਰੂ ਸਾਹਿਬਾਂ ਲਈ। ਪਾਰੋ ਜੁਲਕਾ ਪੁਨ ਸਿੱਖ ਏਕੂ, ਇੱਕ ਭਾਈ ਪਾਰੋ ਜੁਲਕਾ ਜਿਹਦਾ ਨਾਮ ਹੈ ਸਿੱਖ, ਉਹ ਵੀ ਕਥਾ ਸਰੋਤਾ ਸੁਣਦਾ ਹੈ। ਪਰਮਹੰਸ ਕੋ ਜਾਸ ਬਬੇਕੂ, ਜਿਹਦਾ ਗਿਆਨ ਵਿਵੇਕ ਗਿਆਨ ਪਰਮਹੰਸਾਂ ਵਰਗਾ ਸੀ, ਇਹ ਵੀ ਗੁਰੂ ਅੰਗਦ ਦੇਵ ਸਾਹਿਬ ਦੇ ਸਿੱਖਾਂ ਵਿੱਚ ਲਿਖਿਆ ਭਾਈ ਗੁਰਦਾਸ ਸਾਹਿਬ ਨੇ। ਤਜਨ ਅਸਾਰੰਗ ਸਾਰ ਗ੍ਰਹਿਤੀ, ਤੋ ਕਹਿੰਦੇ ਜਿਹੜਾ ਸਾਰ ਤੇ ਅਸਾਰ ਨੂੰ ਇਸ ਪ੍ਰਕਾਰ ਪਛਾਣ ਕਰਕੇ ਸਾਰ ਸੱਚ ਨੂੰ ਗ੍ਰਹਿਣ ਕਰਨ ਵਾਲੇ, ਅਸਾਰ ਝੂਠ ਨੂੰ ਤਿਆਗਣ ਵਾਲੇ ਵਿਵੇਕੀ ਸਨ। ਪੈ ਅਪ ਕੀ ਜਿਉ ਹੰਸਨ ਰੀਤੀ, ਜਿਵੇਂ ਹੰਸਾਂ ਦੀ ਰੀਤੀ ਮਰਜ਼ਾਦਾ ਹੈ ਕਿ ਜਦੋਂ ਹੰਸ ਦੇ ਅੱਗੇ ਦੁੱਧ ਰੱਖ ਦਈਏ, ਉਹ ਆਪਣੀ ਚੁੰਝ ਉਹਦੇ ਵਿੱਚ ਪਾ ਕੇ ਤੋ ਉਹ ਖਟਿਆਈ ਹੋਣੇ ਕਰਕੇ ਉਹ ਫੁੱਟ ਬਣ ਜਾਂਦਾ ਹੈ, ਪਨੀਰ ਦੇ ਪਾਣੀ ਵੱਖਰਾ ਹੋ ਜਾਂਦਾ ਹੈ। ਉਹ ਆਪਣਾ ਜਿਹੜੇ ਫੁੱਟ ਬਣਦੇ ਨੇ ਦੁੱਧ ਨੂੰ ਖਾ ਲੈਂਦਾ ਹੈ, ਉਸ ਪਨੀਰ ਨੂੰ ਪਾਣੀ ਤਿਆਗ ਦਿੰਦਾ ਹੈ। ਕਿਵੇਂ ਜਿਵੇਂ ਹੰਸਾਂ ਦੀ ਰੀਤੀ ਹੈ ਪਾਣੀ ਦਾ ਤਿਆਗ ਕਰਨਾ ਤੇ ਦੁੱਧ ਨੂੰ ਪੀ ਲੈਣਾ, ਖਾ ਲੈਣਾ। ਚੌਪਈ ਸੈਨ ਸਰਸ ਇੱਕ ਧਿੰਜਾ ਨਾਈ, ਤੋ ਜਿਵੇਂ ਸੈਣ ਜੀ ਦੀ ਨਿਆਈ ਇੱਕ ਭਾਈ ਧਿੰਗਾ ਨਾਈ ਜੀ ਹੋਏ ਨੇ, ਉਹ ਵੀ ਸਰੋਤੇ ਸੁਣਦੇ ਹਨ। ਜਿਨ ਸਿੱਖੀ ਕੀ ਰੀਤ ਕਮਾਈ, ਜਿਹਨਾਂ ਨੇ ਗੁਰਸਿੱਖੀ ਦੀ ਮਰਜ਼ਾਦਾ ਨੂੰ ਬਹੁਤ ਪ੍ਰੇਮ ਨਾਲ ਕਮਾਇਆ, ਉਹ ਵੀ ਸੁਣਦੇ ਹਨ। ਭਾ ਮੁਰੀਦ ਮੁਰਦੇ ਕੀ ਨਿਆਈ, ਤੋ ਮੁਰਦਾ ਹੋਏ ਮੁਰੀਦ ਨਾ ਗਲਨੀ ਹੋਵਣਾ, ਮੁਰਦੇ ਦੇ ਨਿਆਈ ਮੁਰੀਦ ਬਣਿਆ ਗੁਰੂ ਦਾ ਸਿੱਖ ਇਹ। ਗੁਰੂ ਗੋਰ ਮਹਿ ਕੀਨ ਸਮਾਈ, ਤੋ ਮੁਰਦਾ ਹੋਏ ਗੁਰ ਗੋਰ ਸਮਾਵੇ, ਜਿਹੜਾ ਕਹਿੰਦੇ ਇਉਂ ਸੋ ਗੁਰੂ ਦੇ ਹੁਕਮ ਨੂੰ ਕਬਰ ਸਮਝ ਕਰਕੇ ਮੁਰਦਾ ਬਣ ਕੇ ਪੈ ਜਾਵੇ, ਇਉਂ ਇਹਨੇ ਜੀਵਨ ਕਮਾਇਆ ਹੈ। ਇਤਿਆਦਿਕ ਜੋ ਸੇਵਕ ਪ੍ਰੇਮੀ, ਇਸ ਤੋਂ ਆਦ ਲੈ ਕਰਕੇ ਜਿਹੜੇ ਪ੍ਰੇਮੀ ਸੇਵਕ ਸੇਵਾਦਾਰ ਹਨ, ਭਏ ਕਥਾ ਸੁਨਨੇ ਕੇ ਨੇਮੀ, ਇਹ ਨਿਤ ਨੇਮ ਦੇ ਨਾਲ ਭਾਈ ਕਥਾ ਸੁਣਦੇ ਪ੍ਰੇਮੀ ਬਣੇ। ਅਪਰ ਮਨੁਜ ਆਵਹਿ ਕਰ ਹੇਤੂ, ਹੋਰ ਵੀ ਬਹੁਤ ਪ੍ਰੇਮ ਕਰਕੇ ਮਨੁੱਖ ਆਉਂਦੇ ਹਨ। ਸੁਨਹਿ ਕਥਾ ਬੇਦੀ ਕੁਲ ਕੇਤੂ, ਧੰਨ ਬੇਦੀ ਕੁਲ ਦੇ ਨਿਸ਼ਾਨ ਰੂਪ ਧੰਨ ਗੁਰੂ ਨਾਨਕ ਦੀ ਕਥਾ ਨੂੰ ਸੁਣਦੇ ਹਨ। ਦੋਹਰਾ ਬਾਲਾ ਕਰਤ ਉਚਾਰ ਮੁਖ, ਬਾਲਾ ਜੀ ਆਪਣੇ ਮੁਖ ਤੋਂ ਕਥਾ ਉਚਾਰਨ ਕਰਦੇ ਹਨ। ਪੈੜੇ ਲਿਖੀ ਸੁਧਾਰ, ਭਾਈ ਪੈੜਾ ਮੋਖਾ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਸੁਧਾਰ ਕਰਕੇ ਲਿਖੀ ਹੈ। ਲਿਖਵਾਈ ਅੰਗਦ ਗੁਰੂ, ਲਿਖਾਉਣ ਵਾਲੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਹਨ। ਜਗ ਕੇ ਕਾਜ ਉਧਾਰ, ਸੰਸਾਰ ਦਾ ਉਧਾਰ ਕਰਨ ਵਾਸਤੇ ਮਹਾਰਾਜ ਨੇ ਕਥਾ ਲਿਖਵਾਈ ਹੈ। ਸੋ ਸੁਨ ਵਰਣਨ ਕਰਤ, ਉਸ ਨੂੰ ਸੁਣ ਕੇ ਕਵੀ ਜੀ ਕਹਿੰਦੇ ਮੈਂ ਕਥਨ ਕਰਦਾ ਹਾਂ। ਕਵ ਛੰਦ ਚੌਪਈ ਬੰਦ, ਕਵੀ ਕਹਿੰਦੇ ਛੰਦਾਂ ਤੇ ਚੌਪਈਆਂ ਦੇ ਵਿੱਚ ਇਸ ਪ੍ਰਕਾਰ ਸੋ ਬੰਦ ਕਰਕੇ ਰਚਨਾ ਕਰਕੇ ਮੈਂ ਉਹ ਕਥਾ ਜਿਹੜੀ ਆ ਬਿਆਨ ਕਰ ਰਿਹਾ ਹਾਂ। ਸ੍ਰੀ ਨਾਨਕ ਪਰਮਾਤਮਾ, ਧੰਨ ਸ਼੍ਰੋਮਣੀ ਗੁਰੂ ਨਾਨਕ ਸਾਹਿਬ ਜੋ ਪ੍ਰਮਾਤਮਾ ਦਾ ਸਰੂਪ ਹਨ। ਬੰਦਨ ਕਰ ਸੁਖ ਕੰਦ, ਸੁੱਖਾਂ ਦੇ ਦਾਤੇ ਦੇ ਚਰਨਾਂ ਤੇ ਨਮਸਕਾਰ ਕਰਕੇ ਕਵੀ ਜੀ ਕਹਿੰਦੇ ਮੈਂ ਇਹ ਕਥਾ ਜਿਹੜੀ ਹੈ ਇਹ ਬਿਆਨ ਕਰ ਰਿਹਾ ਹਾਂ। ਸੋ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜੋ ਲਿਖਵਾਈ ਸੀ ਭਾਈ ਬਾਲਿਆ ਜੀ ਤੋਂ ਉਚਾਰਨ ਕਰਵਾ ਕੇ, ਉਸ ਕਥਾ ਨੂੰ ਆਧਾਰ ਬਣਾ ਕੇ ਮੈਂ ਗੁਰੂ ਨਾਨਕ ਦੀ ਕਥਾ ਜਿਹੜੀ ਹੈ ਉਹ ਛੰਦਾਬੰਦੀ ਦੇ ਵਿੱਚ ਕਰਕੇ ਮੈਂ ਲਿਖ ਰਿਹਾ ਹਾਂ। ਕਹਿੰਦੇ ਨੇ ਭਾਈ ਤੁਸੀਂ ਪ੍ਰੇਮ ਨਾਲ ਸਰਵਣ ਕਰੋ। ਤੋ ਇਸ ਪ੍ਰਕਾਰ ਕਵੀ ਜੀ ਨੇ ਇਹ ਉਦਮ ਕਰਕੇ ਸਤਿਗੁਰੂ ਪਾਤਸ਼ਾਹ ਦਾ ਜਸ ਲਿਖਿਆ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਗੁਰੂ ਦਾ ਜਸ ਸਾਡੇ ਹਿਰਦੇ 'ਚ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀਆਂ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਹਿਬ ਸੁਮੇਲ ਦੀ ਦਾਤ ਪ੍ਰਾਪਤ ਹੋਵੇ। ਸੋ ਸੁਨ ਵਰਣਨ ਕਰਤ ਕਵ ਛੰਦ ਚੌਪਈ ਬੰਦ, ਸ੍ਰੀ ਨਾਨਕ ਪਰਮਾਤਮਾ ਬੰਦਨ ਕਰ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।